ਹੈਲੋ ਸਟੂਡੈਂਟਸ, ਉਮੀਦ ਹੈ ਸਾਰੇ ਜਣੇ ਤੁਸੀਂ ਠੀਕ ਹੋਵੋਗੇ। ਬੇਟਾ ਆਪਣਾ ਅੱਜ ਨੈਕਸਟ ਲੈਕਚਰ ਹੈਗਾ ਯੂਨਿਟ ਨੰਬਰ 3 ਦਾ ਹੀ ਚੈਪਟਰ ਨੰਬਰ B, ਜਿਹਦਾ ਨਾਮ ਹੈਗਾ ਆਪਣੇ ਕੋਲੇ ਫ੍ਰਿਕਸ਼ਨ ਐਂਡ ਡਾਇਨਾਮਿਕਸ ਆਫ ਸਰਕੂਲਰ ਮੋਸ਼ਨ। ਠੀਕ ਹੈ, ਇਹ ਯੂਨਿਟ ਨੰਬਰ 3 ਦਾ B ਪਾਰਟ ਹੈ। ਇਸ ਤੋਂ ਯੂਨਿਟ ਨੰਬਰ 3 ਦੇ A ਪਾਰਟ 'ਚ ਆਪਾਂ ਕੀ ਕੀਤਾ ਸੀ, ਮੋਸ਼ਨ ਦੇ ਜਿਹੜੇ ਲਾਅ ਸੀਗੇ ਉਹਨਾਂ ਬਾਰੇ ਆਪਾਂ ਪੜ੍ਹਿਆ। ਨਿਊਟਨ ਦੇ 3 ਲਾਅ, ਫਸਟ, ਸੈਕਿੰਡ, ਥਰਡ। ਮੋਮੈਂਟਮ, ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ, ਕਨੈਕਟਡ ਮੋਸ਼ਨ, ਇਨਰਸ਼ੀਆ, ਲਾਅਜ਼ ਦੀਆਂ ਐਪਲੀਕੇਸ਼ਨ, ਕਨਕਰੈਂਟ ਫੋਰਸਿਸ, ਇਕੁਇਲਿਬਰੀਅਮ ਆਫ ਕਨਕਰੈਂਟ ਫੋਰਸਿਸ। ਉਹ ਸਾਰੇ ਟੌਪਿਕ ਆਪਾਂ ਨੇ ਫਸਟ ਚੈਪਟਰ ਦੇ ਵਿੱਚ ਆਪਾਂ ਨੇ ਕਵਰ ਕੀਤੇ ਨੇ। ਜਿਹੜਾ ਸੈਕਿੰਡ ਸਾਡੇ ਕੋਲ ਚੈਪਟਰ ਹੈਗਾ ਉਹਦਾ ਪਹਿਲਾ ਟੌਪਿਕ ਹੈ ਜਿਹਦਾ ਨਾਮ ਹੈ ਫ੍ਰਿਕਸ਼ਨ, ਜਿਹਦੇ ਬਾਰੇ ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ 9th ਸਟੈਂਡਰਡ ਦੇ ਵਿੱਚ ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ। ਫ੍ਰਿਕਸ਼ਨ, ਜਿਹਨੂੰ ਆਪਾਂ ਪੰਜਾਬੀ 'ਚ ਰਗੜ ਕਹਿ ਦਿੰਦੇ ਹਾਂ, ਆਪਾਂ ਅੱਜ ਇਹਦੇ ਬਾਰੇ ਗੱਲ ਕਰਾਂਗੇ। ਤਾਂ ਆਪਾਂ ਨੂੰ ਇਹ ਪਤਾ ਹੈ, ਆਪਾਂ ਨੇ ਇਹ ਸੁਣਿਆ ਜਾਂ ਇਹ ਸਮਝਿਆ 9th ਕਲਾਸ ਦੇ ਵਿੱਚ ਕਿ ਜਦੋਂ ਵੀ ਇੱਕ ਬਾਡੀ ਕਿਸੇ ਦੂਸਰੀ ਬਾਡੀ ਦੇ ਸਰਫੇਸ ਦੇ ਉੱਪਰ ਜਾਂ ਇਨ ਕੰਟੈਕਟ ਦੇ ਵਿੱਚ ਮੂਵ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਾਂ ਦੋ ਬਾਡੀਜ਼ ਆਰ ਇਨ ਰੈਲੇਟਿਵ ਮੋਸ਼ਨ ਹੁੰਦੀਆਂ ਨੇ ਇੱਕ ਦੂਜੇ ਦੇ ਨਾਲ, ਟੂ ਬਾਡੀਜ਼ ਆਰ ਇਨ ਰੈਲੇਟਿਵ ਮੋਸ਼ਨ, ਤਾਂ ਉੱਥੇ ਕੀ ਹੁੰਦੇ ਆ, ਇੱਕ ਅਪੋਜ਼ਿੰਗ ਫੋਰਸ ਲੱਗਦੀ ਹੈ ਜੋ ਕਿ ਚੱਲਣ ਵਾਲੀ ਬਾਡੀ ਨੂੰ ਦੇ ਮੋਸ਼ਨ ਦੀ ਦਿਸ਼ਾ ਦੇ ਉਲਟ ਲੱਗਦੀ ਹੈ, ਜੋ ਉਸਦੇ ਚੱਲਣ ਦਾ, ਉਸਦੇ ਮੋਸ਼ਨ ਦਾ ਵਿਰੋਧ ਕਰਦੀ ਹੈ। ਉਸ ਫੋਰਸ ਨੂੰ ਆਪਾਂ ਫ੍ਰਿਕਸ਼ਨ ਫੋਰਸ ਕਹਿੰਦੇ ਹਾਂ। ਅਤੇ ਇਹ ਇੱਕ ਇਨਵਿਜ਼ੀਬਲ ਫੋਰਸ ਹੈ ਜੋ ਸਾਨੂੰ ਦਿਖਾਈ ਨਹੀਂ ਦਿੰਦੀ ਵੀ ਕੌਣ ਲਗਾ ਰਿਹਾ ਹੈ, ਇਹ ਨਹੀਂ ਪਤਾ ਲੱਗਦਾ ਵੀ ਕੌਣ ਲਗਾ ਰਿਹਾ ਹੈ। ਤਾਂ ਫ੍ਰਿਕਸ਼ਨ ਐਜ਼ ਐਨ ਅਪੋਜ਼ਿੰਗ ਫੋਰਸ ਦੈਟ ਕਮ ਇਨ ਟੂ ਪਲੇ ਵੈਨ one body actually move ਭਾਵੇਂ slide or roll or even tries to move over the surface of another body। ਤਾਂ ਫ੍ਰਿਕਸ਼ਨ ਕੀ ਹੈ, ਇੱਕ ਅਪੋਜ਼ਿੰਗ ਫੋਰਸ ਹੈ ਵਿੱਚ ਕਮ ਇਨ ਟੂ ਪਲੇ, ਉਦੋਂ ਲੱਗਦੀ ਹੈ ਜਾਂ ਉਦੋਂ ਇਹ ਐਕਸ਼ਨ 'ਚ ਆਉਂਦੀ ਹੈ ਵੈਨ ਵਨ ਬਾਡੀ ਐਕਚੁਅਲੀ ਮੂਵ, ਸੱਚੀ ਮੁੱਚੀ ਮੂਵ ਕਰਦੀ ਹੈ। ਮੂਵ ਚਾਹੇ ਉਹ ਸਲਾਈਡ ਕਰਕੇ ਕਰੇ, ਚਾਹੇ ਉਹ ਰੋਲ ਕਰਕੇ ਕਰੇ, ਜਾਂ ਈਵਨ ਜੇਕਰ ਬਾਡੀ ਟਰਾਈਜ਼ ਟੂ ਮੂਵ, ਮਤਲਬ ਹਾਲੇ ਐਕਚੁਅਲੀ ਮੂਵ ਕਰਨਾ ਸ਼ੁਰੂ ਨਹੀਂ ਕੀਤਾ, ਅਸੀਂ ਉਸਨੂੰ ਮੂਵ ਕਰਾਉਣ ਲਈ ਉਹਦੇ ਪਰ ਫੋਰਸ ਲਗਾਈ ਹੈ, ਪਰ ਉਹਨੇ ਹਾਲੇ ਮੂਵ ਨਹੀਂ ਕੀਤਾ, ਸਾਡੀ ਫੋਰਸ ਇੰਨੀ ਸਫੀਸ਼ੈਂਟ ਨਹੀਂ ਕਿ ਉਹਨੂੰ ਮੂਵ ਕਰਾ ਸਕੇ, ਤਾਂ ਪਰ ਫੋਰਸ ਲੱਗ ਰਹੀ ਹੈ ਉਹਨੂੰ ਮੂਵ ਕਰਾਉਣ ਵਾਸਤੇ, ਤਾਂ ਉਦੋਂ ਵੀ ਫ੍ਰਿਕਸ਼ਨ ਜਿਹੜੀ ਹੈਗੀ ਹੈ ਪੈਦਾ ਹੁੰਦੀ ਹੈ। ਕਿੱਥੇ ਪੈਦਾ ਹੁੰਦੀ ਹੈ? ਦੋ ਬਾਡੀਜ਼ ਦੇ ਜਿਹੜਾ ਕੰਟੈਕਟ ਦਾ ਸਰਫੇਸ ਹੈ ਉੱਥੇ ਪੈਦਾ ਹੁੰਦੀ ਹੈ। ਇਹਨੂੰ ਆਪਾਂ ਸਮਝਣ ਵਾਸਤੇ ਦੇਖੋ ਕਿ ਮੰਨ ਲਓ ਸਾਡੇ ਕੋਲ ਇਹ ਇੱਕ ਸਰਫੇਸ ਹੈ, ਉਹਦੇ ਉੱਪਰ ਇੱਕ ਇਹ ਬਾਡੀ ਪਈ ਹੈ, ਇੱਕ ਰੈਕਟੈਂਗੂਲਰ ਬਾਡੀ ਹੈ ਕੋਈ A, ਠੀਕ ਹੈ। ਤਾਂ ਹੁਣ ਇਹਦੇ ਉੱਪਰ ਪਈ ਹੈ ਸਿੰਪਲ, ਤਾਂ ਇਸ ਟਾਈਮ ਇਹਦੇ 'ਚ ਕੋਈ ਫ੍ਰਿਕਸ਼ਨ ਨਹੀਂ ਹੈਗੀ। ਪਰ ਜਦੋਂ ਮੈਂ F ਫੋਰਸ ਲਗਾਉਣਾ ਇਹਦੇ ਉੱਪਰ, ਹੁਣ ਇਹ ਫੋਰਸ ਸਫੀਸ਼ੈਂਟ ਨਹੀਂ ਹੈਗੀ ਇਹਨੂੰ ਮੂਵ ਕਰਾਉਣ ਵਾਸਤੇ ਵੀ ਇਹ ਮੂਵ ਕਰ ਜੇ, ਪਰ ਕਿਉਂਕਿ ਇਹਦੇ ਉੱਪਰ ਫੋਰਸ ਲੱਗ ਗਈ ਇਹਨੂੰ ਮੂਵ ਕਰਾਉਣ ਲਈ, ਤਾਂ ਫ੍ਰਿਕਸ਼ਨ ਪੈਦਾ ਹੋਊਗੀ। ਅਤੇ ਉਹ ਫ੍ਰਿਕਸ਼ਨ ਕਿੱਧਰ ਨੂੰ ਹੋਊਗੀ? ਜਿਸ ਡਾਇਰੈਕਸ਼ਨ ਨੂੰ ਅਸੀਂ ਇਹਨੂੰ ਮੂਵ ਕਰਾਉਣਾ ਚਾਹੁੰਦੇ ਹਾਂ ਉਸ ਦੀ ਉਲਟ ਡਾਇਰੈਕਸ਼ਨ ਦੇ ਵਿੱਚ ਜਿਹੜੀ ਹੈ ਫ੍ਰਿਕਸ਼ਨ ਫੋਰਸ ਪੈਦਾ ਹੋਊਗੀ। ਠੀਕ ਹੈ, ਹੁਣ ਇਹ ਫ੍ਰਿਕਸ਼ਨ, ਇਹ ਫੋਰਸ ਚਾਹੇ ਇੰਨੀ ਨਹੀਂ ਹੈਗੀ ਕਿ ਇਹਨੂੰ ਮੂਵ ਕਰਾ ਸਕੇ, ਪਰ ਫਿਰ ਵੀ ਇੱਥੇ ਫ੍ਰਿਕਸ਼ਨ ਫੋਰਸ ਪੈਦਾ ਹੋਗੀ। ਹਾਂ, ਜੇ ਅਸੀਂ ਫੋਰਸ ਮੰਨ ਲਓ ਹੋਰ ਵਧਾ ਦਿੰਦੇ ਹਾਂ, ਮੈਂ ਇਹਨੂੰ F+F ਕਰ ਦਿੰਦਾ, ਤਾਂ ਬਾਡੀ ਮੂਵ ਕਰ ਜਾਂਦੀ ਹੈ ਆਪਣੀ ਇਸ ਜਗ੍ਹਾ ਤੋਂ ਮੂਵ ਕਰਨਾ ਸ਼ੁਰੂ ਕਰ ਦਿੰਦੀ ਹੈ, ਸਲਾਈਡ ਕਰਨਾ ਸ਼ੁਰੂ ਕਰ ਦਿੰਦੀ ਹੈ, ਤਾਂ ਵੀ ਇਹ ਫੋਰਸ ਲੱਗ ਰਹੀ ਹੈ ਜੋ ਇਸ ਮੋਸ਼ਨ ਦਾ ਕੀ ਕਰਦੀ ਹੈ, ਅਪੋਜ਼ ਕਰਦੀ ਹੈ। ਤਾਂ ਫ੍ਰਿਕਸ਼ਨ ਕਿੱਥੇ ਪੈਦਾ ਹੋ ਰਹੀ ਹੈ? ਆਹ ਜਿਹੜਾ ਕੰਟੈਕਟ ਹੈ, ਜਿੱਥੇ ਇਹ ਆਹ ਵਾਲਾ ਸਰਫੇਸ ਜਿਹਦੇ ਉੱਪਰ ਪਈ ਹੈ ਅਤੇ ਬਾਡੀ ਦੇ ਲੋਅਰ ਸਰਫੇਸ ਇਨ ਕੰਟੈਕਟ 'ਚ ਨੇ, ਤਾਂ ਇੱਥੇ ਇਹ ਫੋਰਸ ਜਿਹੜੀ ਹੈਗੀ ਉਹ ਪੈਦਾ ਹੁੰਦੀ ਹੈ, ਲੱਗਦੀ ਹੈ, ਜੋ ਕਿ ਬਾਡੀ ਦੇ ਮੋਸ਼ਨ ਦਾ ਕੀ ਕਰਦੀ ਹੈ, ਅਪੋਜ਼ ਕਰਦੀ ਹੈ। ਇਸ ਨੂੰ ਆਪਾਂ ਫੋਰਸ ਆਫ ਫ੍ਰਿਕਸ਼ਨ ਕਹਿੰਦੇ ਹਾਂ। ਤਾਂ ਜਿਵੇਂ ਲਿਖਿਆ ਹੈ, ਦਸ ਫੋਰਸ ਆਫ ਫ੍ਰਿਕਸ਼ਨ ਇਜ਼ ਏ ਫੋਰਸ ਦੈਟ ਡਿਵੈਲਪ ਐਟ ਦਾ ਸਰਫੇਸ ਆਫ ਕੰਟੈਕਟ, ਜੋ ਉੱਥੇ ਪੈਦਾ ਹੁੰਦੀ ਹੈ ਜਿੱਥੇ ਸਰਫੇਸ ਆਪਸ 'ਚ ਕੰਟੈਕਟ ਕਰਦੇ ਨੇ ਆਫ ਦਾ ਟੂ ਬਾਡੀਜ਼ ਐਂਡ ਇੰਪਟੀਜ਼ ਜਾਂ ਅਪੋਜ਼ ਦੇਅਰ ਰੈਲੇਟਿਵ ਮੋਸ਼ਨ। ਅਤੇ ਇਹ ਫੋਰਸ ਕੀ ਕਰਦੀ ਹੈ, ਜੋ ਉਹਨਾਂ ਦਾ ਰੈਲੇਟਿਵ ਮੋਸ਼ਨ ਹੈ, ਰੈਲੇਟਿਵ ਮੋਸ਼ਨ ਦਾ ਮਤਲਬ ਇੱਕ ਦੇ ਮੁਕਾਬਲੇ ਦੂਜੇ ਦਾ ਮੋਸ਼ਨ, ਇੱਕ ਚੀਜ਼ ਖੜੀ ਹੈ ਦੂਜੀ ਚੱਲ ਰਹੀ ਹੈ, ਤਾਂ ਉਸ ਮੋਸ਼ਨ ਦਾ ਅਪੋਜ਼ ਕਰਦੀ ਹੈ। ਠੀਕ ਹੈ ਜੀ। ਹੁਣ ਆ ਗਿਆ ਸਾਡੇ ਕੋਲ ਓਰੀਜਨ ਆਫ ਫ੍ਰਿਕਸ਼ਨ ਜਾਂ ਓਰੀਜਨ ਆਫ ਸਲਾਈਡਿੰਗ ਫ੍ਰਿਕਸ਼ਨ। ਇਹਨੇ ਸਲਾਈਡਿੰਗ ਸ਼ਬਦ ਵਰਤਿਆ, ਆਪਾਂ ਸਲਾਈਡਿੰਗ ਦੀ ਗੱਲ ਕਰਾਂਗੇ। ਹੁਣ ਆਪਾਂ ਨੂੰ ਆਮ ਤੌਰ 'ਤੇ ਜਿਹੜਾ ਹੈਗਾ ਪਤਾ ਵੀ ਫ੍ਰਿਕਸ਼ਨ ਕਿਉਂ ਪੈਦਾ ਹੁੰਦੀ ਹੈ,
ਜਰਨਲੀ, ਪਰ ਆਪਾਂ ਸਾਇੰਸ ਦੀ ਭਾਸ਼ਾ 'ਚ ਗੱਲ ਕਰਾਂਗੇ ਕਿ ਫ੍ਰਿਕਸ਼ਨ ਕਿਉਂ ਪੈਦਾ ਹੁੰਦੀ ਹੈ। ਤਾਂ ਇਸ ਨੂੰ ਐਕਸਪਲੇਨ ਕਰਨ ਵਾਸਤੇ ਸਾਡੇ ਕੋਲੇ ਦੋ ਵਿਊ ਨੇ, ਇੱਕ ਨੂੰ ਅਸੀਂ ਕਲਾਸੀਕਲ ਵਿਊ ਕਹਿ ਦਿੰਦੇ ਹਾਂ ਜਾਂ ਓਲਡ ਵਿਊ ਕਹਿ ਦਿੰਦੇ ਹਾਂ, ਠੀਕ ਹੈ, ਇੱਕ ਨੂੰ ਅਸੀਂ ਮਾਡਰਨ ਵਿਊ ਕਹਿੰਦੇ ਹਾਂ। ਤਾਂ ਕੌਜ਼ ਨੂੰ ਐਕਸਪਲੇਨ ਕਰਨ ਵਾਸਤੇ ਕੌਜ਼ ਆਫ ਸਲਾਈਡਿੰਗ, ਯਾਦ ਰੱਖਿਓ, ਸਿਰਫ ਸਲਾਈਡਿੰਗ ਫ੍ਰਿਕਸ਼ਨ। ਇਹ ਹੁਣ ਸਲਾਈਡਿੰਗ ਫ੍ਰਿਕਸ਼ਨ ਕੀ ਹੁੰਦੀ ਹੈ ਕਿ ਜਦੋਂ ਬੋਡੀ ਸਲਾਈਡ ਕਰ ਰਹੀ ਹੈ, ਜਿਵੇਂ ਉੱਪਰ ਮੈਂ ਐਗਜ਼ਾਮਪਲ ਦਿੱਤੀ ਹੈ, ਇਹ ਬੋਡੀ ਦੇ ਉੱਪਰ ਸਲਾਈਡ ਕਰ ਰਹੀ ਹੈ, ਇਹਦੇ ਵਿੱਚ ਵੀਲਸ ਨਹੀਂ ਹੈਗੇ, ਪਹੀਏ ਨਹੀਂ ਹੈਗੇ, ਰੋਲ ਨਹੀਂ ਕਰ ਸਕਦੀ, ਸਿਰਫ ਸਲਾਈਡ ਕਰ ਰਹੀ ਹੈ। ਤਾਂ ਦੋ ਵਿਊਜ਼ ਨੇ, ਇੱਕ ਹੈਗਾ ਓਲਡ ਵਿਊ, ਸੈਕਿੰਡ ਹੈਗਾ ਮਾਡਰਨ ਵਿਊ। ਓਲਡ ਵਿਊ ਐਂਡ ਮਾਡਰਨ ਵਿਊ। ਹੁਣ ਓਲਡ ਵਿਊ ਦੀ ਪਹਿਲਾਂ ਆਪਾਂ ਗੱਲ ਕਰਦੇ ਹਾਂ। ਓਲਡ ਵਿਊ ਕੀ ਕਹਿੰਦਾ ਹੈ? ਕਹਿੰਦਾ ਆ ਸਰਫੇਸ ਵਿਚ ਅਪੀਅਰਸ ਟੂ ਵੈਰੀ ਸਮੂਥ, ਜਿਹੜਾ ਸਰਫੇਸ ਆਪਾਂ ਨੂੰ ਦੇਖਣ ਨੂੰ ਬਹੁਤ ਲੱਗਦਾ ਹੈ ਕਿ ਪਲੇਨ ਹੈ, ਸਾਫ਼ ਹੈ, ਪੱਧਰ ਹੈ, ਸਮੂਥ ਹੈ, ਪਰ ਜੇਕਰ ਅਸੀਂ ਉਹਨੂੰ ਜੋ ਨੇਕਡ ਆਈ ਨਾਲ ਦੇਖਦੇ ਹਾਂ ਸਾਨੂੰ ਉਹ ਪਲੇਨ ਲੱਗਦਾ ਹੈ। ਪਰ ਜਦੋਂ ਅਸੀਂ ਉਹਨੂੰ ਮਾਈਕਰੋਸਕੋਪਿਕ ਲੈਵਲ 'ਤੇ ਦੇਖਦੇ ਹਾਂ ਤਾਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਕੋਈ ਵੀ ਸਰਫੇਸ ਜਿਹੜਾ ਉਹ ਕੰਪਲੀਟਲੀ ਸਮੂਥ ਨਹੀਂ ਹੁੰਦਾ, ਸਰਫੇਸ ਦੇ ਉੱਪਰ ਇਰਰੈਗੂਲਰਿਟੀਜ਼ ਹੁੰਦੀਆਂ ਨੇ। ਜਿਹੜਾ ਸਰਫੇਸ ਸਾਨੂੰ ਦੇਖਣ ਨੂੰ ਨੰਗੀ ਅੱਖਾਂ ਦੇ ਨਾਲ ਬਹੁਤ ਪਲੇਨ ਲੱਗ ਰਿਹਾ ਹੈ ਤਾਂ ਉਹ ਪਲੇਨ ਨਹੀਂ ਹੈਗਾ, ਉਹਦੇ 'ਚ ਇਰਰੈਗੂਲਰਿਟੀਜ਼ ਨੇ। ਤਾਂ ਸਿਮਿਲਰਲੀ ਜਿਹੜਾ ਦੂਜਾ ਸਰਫੇਸ ਹੋਊਗਾ, ਜਿਹੜਾ ਇਹਦੇ ਉੱਪਰ ਆਪਾਂ ਰੱਖਾਂਗੇ, ਜਿਵੇਂ ਇਹ ਬੋਡੀ ਆਪਾਂ ਰੱਖੀ ਹੈ, ਉਹਦੇ ਵਿੱਚ ਵੀ ਇਰਰੈਗੂਲਰਿਟੀਜ਼ ਹੋਣਗੀਆਂ। ਤਾਂ ਇਹ ਇਰਰੈਗੂਲਰਿਟੀਜ਼ ਕੀ ਕਰ ਗਈਆਂ? ਦੇਖੋ, ਜੇ ਤੁਸੀਂ ਇਸ ਡਾਇਗਰਾਮ ਨੂੰ ਧਿਆਨ ਨਾਲ ਦੇਖੋ, ਇੱਕ ਜਿਹੜੀ ਸਰਫੇਸ ਦੇ ਇਰਰੈਗੂਲਰਿਟੀ ਦੇ ਵਿੱਚ ਦੂਜੇ ਸਰਫੇਸ ਦੀਆਂ ਜਿਹੜੀਆਂ ਇਰਰੈਗੂਲਰਿਟੀਜ਼ ਨੇ ਉਹ ਇੰਟਰਲੌਕ ਹੋ ਗਈਆਂ। ਇੱਕ ਸਰਫੇਸ ਦੀਆਂ ਇਰਰੈਗੂਲਰਿਟੀ, ਥੋੜ੍ਹਾ ਜਿਹਾ ਵੱਡਾ ਜੇ ਕਰਕੇ ਦਿਖਾਈਏ, ਤਾਂ ਇੱਕ ਸਰਫੇਸ ਦੀਆਂ ਇਰਰੈਗੂਲਰਿਟੀਜ਼ ਦੂਜੇ ਦੇ ਵਿੱਚ ਕੀ ਹੋ ਗਈਆਂ? ਇੰਟਰਲੌਕ ਹੋ ਜਾਂਦੀਆਂ ਨੇ। ਤਾਂ ਜਦੋਂ ਮੈंने ਇਸ ਬੋਡੀ ਨੂੰ, ਇਸ ਵਾਲੀ ਬੋਡੀ ਨੂੰ ਇਸ ਸਰਫੇਸ ਦੇ ਉੱਪਰ ਚਲਾਉਣਾ ਹੈ ਤਾਂ ਇੱਥੇ ਜਿਹੜੀ ਹੈ ਇੰਟਰਲੌਕਿੰਗ ਹੋ ਗਈ, ਇਸ ਨੂੰ ਮੈਨੂੰ ਕੀ ਕਰਨਾ ਪਊਗਾ? ਓਵਰਕਮ ਕਰਨਾ ਪਊਗਾ, ਇਸ ਨੂੰ ਤੋੜਨਾ ਪਊਗਾ। ਤਾਂ ਜਿਹੜੀ ਮੈਨੂੰ ਇਹ ਐਕਸਟਰਾ ਫੋਰਸ ਲਗਾਉਣੀ ਪੈਣੀ ਹੈ, ਇੱਕ ਤਾਂ ਫੋਰਸ ਨੂੰ ਸਿਰਫ ਚਲਾਉਣ ਵਾਸਤੇ ਚਾਹੀਦੀ ਹੈ, ਪਰ ਉਸ ਨੂੰ ਚਲਾਉਣ ਤੋਂ ਪਹਿਲਾਂ, ਸਲਾਈਡ ਕਰਨ ਤੋਂ ਪਹਿਲਾਂ ਇੰਟਰਲੌਕਿੰਗ ਬ੍ਰੇਕ ਕਰਨੀਆਂ ਪੈਣਗੀਆਂ। ਤਾਂ ਜਿਹੜੀ ਇਹ ਇੰਟਰਲੌਕਿੰਗ ਹੋ ਗਈ, ਕਾਹਦੀ ਇੰਟਰਲੌਕਿੰਗ ਹੋ ਗਈ? ਇਰਰੈਗੂਲਰਿਟੀਜ਼ ਦੀ ਔਨ ਦਾ ਸਰਫੇਸ ਆਫ ਦਾ ਬੋਡੀਜ਼। ਤਾਂ ਜਿਹੜੀ ਮੈਨੂੰ ਇੱਥੇ ਫੋਰਸ ਲਗਾਉਣੀ ਪਊਗੀ ਐਕਸਟਰਾ, ਸੋ ਦਿਸ ਇਜ਼ ਦਾ ਕਾਜ਼ ਆਫ ਦਾ ਫ੍ਰਿਕਸ਼ਨ, ਠੀਕ ਹੈ। ਸੋ ਦਿਸ ਅਪਲਾਈਡ ਫੋਰਸ ਇਜ਼ ਮਈਅਰ ਦਾ ਫ੍ਰਿਕਸ਼ਨ ਬਿਟਵੀਨ ਦਾ ਟੂ ਸਰਫੇਸਿਸ। ਤਾਂ ਜਿਹੜੀ ਫੋਰਸ ਮੈਂ ਲਗਾਊਂਗਾ ਇਹ ਮਈਅਰ ਕਰੂਗੀ, ਦੱਸੂਗੀ ਵੀ ਕਿੰਨੀ ਫ੍ਰਿਕਸ਼ਨ ਹੈ, ਠੀਕ ਹੈ। ਤਾਂ ਇਹਨੂੰ ਆਪਾਂ ਮਤਲਬ ਸਿੰਪਲ ਸ਼ਬਦਾਂ 'ਚ ਕਹੀਏ ਤਾਂ ਓਲਡ ਵਿਊ ਕੀ ਕਹਿੰਦਾ ਹੈ? ਰਫਨੈਸ ਆਫ ਸਰਫੇਸਿਸ ਇਨ ਕੰਟੈਕਟ इज कॉज ऑफ फ्रिक्शन, कि जेड़े साडे कोले सरफेस कॉन्टैक्ट च आ रहे ने उन्हां दी रफनैस, खुरदरापन, वो कारण है फ्रिक्शन का। क्योंकि खुरदरेपन नाल की हो गया, उहदे सरफेस के उपर इंटरलॉक इररैगूलरिटीज़ ने, कितों वो उपर नूं उठिया होया, किते नूं वो थोड़ा जिहा नीचे नूं दबिया होया। तो उपरले उठे हुए भाग नूं आपां प्रोजैक्शन कह दिंदे आ, उपरला उठिया भाग है प्रोजैक्शन, जो नीवां जिहा भाग है नूं आपां डिप्रैशन कह दिंदे आ, ठीक है जी। तो डिप्रैशनस ऑफ वन बॉडी गैट इंटरलॉक विद द प्रोजैक्शन ऑफ द सैकेंड बॉडी। एक बॉडी दी डिप्रैशन दूजी बॉडी दे प्रोजैक्शन दे विच की हो गई? इंटरलॉक हो गई। एंड वी हैव टू अप्लाई द एक्सट्रा फोर्स टू मूव द बॉडी ऑन द सरफेस ऑफ द सैकेंड बॉडी बाय ब्रेकिंग दिस इंटरलॉकिंग। सो दिस इज द कॉज ऑफ फ्रिक्शन, स्लाइडिंग फ्रिक्शन। तो ये ओल्ड व्यू है, पर ओल्ड व्यू के अनुसार रफनेस कारण होगी। ਇਹਦਾ मतलब जेकर कोई बॉडी रफ नहीं हैगी, ਉਹਦਾ ਸਰਫੇਸ बहुत ਸਮੂਥ है, मतलब जेकर मैं ਸਮੂਥ करता जावां ਸਰਫੇਸ ਨੂੰ ਤਾਂ ਕੀ ਹੋ ਜਾਣਾ ਚਾਹੀਦਾ? फ्रिक्शन ਨੂੰ ਘਟ ਜਾਣਾ ਚਾਹੀਦਾ। ਤਾਂ ਇੱਥੇ ਕੁਝ ਲਿਮਿਟੇਸ਼ਨ ਦੀ ਗੱਲ ਕਰਦਾ ਹੈ। ਲਾਰਜਰ ਦਾ ਏਰੀਆ ਆਫ ਕੰਟੈਕਟ ਬਿਟਵੀਨ ਦਾ ਸਰਫੇਸ ਗ੍ਰੇਟਰ ਸ਼ੁੱਡ ਬੀ ਦਾ ਫੋਰਸ ਆਫ फ्रिक्शन ਬਿਟਵੀਨ ਦੈਮ, ਠੀਕ ਹੈ। ਕਹਿੰਦਾ ਜਿੰਨਾ ਜ਼ਿਆਦਾ ਏਰੀਆ ਹੋਊਗਾ ਕੰਟੈਕਟ ਦੇ ਵਿੱਚ ਉਨੀ फ्रिक्शन ਜ਼ਿਆਦਾ ਹੋਣੀ ਚਾਹੀਦੀ ਹੈ। ਹਾਊਐਵਰ ਐਕਸਪੈਰੀਮੈਂਟ ਇਹ ਸ਼ੋ ਕਰਦੇ ਨੇ force of friction between any two surface in contact is independent the actual area of contact between them। पर कई एक्सपैरीमेंट करने तो बाद सानू ये पता लगता है कि एरिया जी फ्रिक्शन है वो एरिया ऑफ कंटैक्ट के उपर डिपेंड नहीं करती। पर क्योंकि जे आप यदी गल करिए ओल्ड व्यू जो गल कह रहा है, जिन्ना ज़्यादा एरिया ऑफ कंटैक्ट ज़्यादा होगा,
क्योंकि उन्नी रफनेस ज़्यादा होगी, उन्नी रफनेस की ज़्यादा इंटरलॉकिंग होगी, तो उन्नी फ्रिक्शन ज़्यादा होनी चाहिए है। पर एक्सपैरीमेंट इस चीज़ को साबित नहीं करते है। दूजी गल, रफनेस कारण है, तो मतलब जो वैन सरफेस आर इन कंटैक्ट आर एक्सट्रा समूथ, ज़्यादा समूथ बना देंगे आप, तो जिन्ना समूथ ज़्यादा होगा उन्नी इरेगुलरिटीज़ घट होणगियां, तो यदा मतलब फ्रिक्शन की हो जानी चाहिए है, अलमोस्ट वैनिश हो जानी चाहिए है, खत्म हो जानी चाहिए है, वैनिश। पर यह देखने को मिलता है कि फ्रिक्शन कदे भी, पहली गल तो वैनिश नहीं होंगी। दूजी गल, जदों असीं एक्सट्रा समूथ कर देंगे बॉडीज़ नूं, तो फ्रिक्शन बढ़ जाती है। फ्रिक्शन इनक्रीज वैन द सरफेस आर इन कंटैक्ट आर एक्सट्रा समूथ। हुण इहदी एग्जाम्पल जे तुसीं देखनी होवे, तुसीं कोई भी दो प्लेन जिहड़े गलास पीसिस हुंदे ने वो ले लो, उन्हां गलास पीसिस नूं एक दूजे उपर रख के थोड़ा जिहा प्रैस कर दो। प्रैस करन तो बाद उहनूं चलाउण दी कोशिश करो एक दूजे उपर। जे तां वैसे ही रखोगे तो चलाउण दी कोशिश करोगे बड़ी आसानी नाल फिसलणगे। थोड़ा जिहा प्रैस करन तो बाद जो चलाउण दी कोशिश करोगे तो वह चलणगे नहीं, वो एक दूजे नाल इस तरह चिप जाणगे। बहुत ज़्यादा उन्होंने वखरा करने वास्ते जोर लगाना पऊगा। तो मतलब जे एक्सट्रा समूथ कर दें आप, तो फ्रिक्शन घटन की बजाय बढ़ जाती है। ये एक्सपैरीमेंटली देखने को मिले। तो यदा मतलब जो ओल्ड व्यू है, ये कुछ कमियां ने, कुछ घाटा ने। तो इसनों फिर दूर करने वास्ते साडे कोल की आ जाता है, सैकेंड व्यू, मॉडर्न व्यू। मॉडर्न व्यू की कहता है, कहता एक्चुअल च इरेगुलरिटीज़ तो हैगियां ने, पर इरेगुलरिटी की इंटरलॉकिंग जिहड़ी हैगी है वो इहदा मेन कारण नहीं हैगी। ये की कहता है, इट इज़ दैट अकॉर्डिंग टू द मॉडर्न व्यू इट अराइज ऑन अकाउंट ऑफ स्ट्रॉन्ग एटॉमिक और मॉलिक्यूलर फोर्स ऑफ अट्रैक्शन बिटवीन द टू सरफेस एट दैट पॉइंट ऑफ एक्चुअल कंटैक्ट। कि जदों असीं दो बॉडीज़ नूं एक दूजे के कंटैक्ट च रखते हैं, हुण तुसीं इस डायग्राम नूं देखो, इस डायग्राम नूं देखो, तो आ एक बॉडी है, ये उपर दूजी बॉडी है, ठीक है। तो जिथे जिथे ये आपस दे विच कंटैक्ट कर रहे हैं, तो एक बॉडी के एटम, क्योंकि हर एक बॉडी काहदी बनी है, एटम या मॉलीक्यूल की बनी हुई है, ठीक है। तो पहली बॉडी के एटम तो दूजी बॉडी के एटम एक दूजे नाल काहदे च आ गए, कंटैक्ट च आ गए, एक दूजे के बहुत नेड़े आ गए। तो उन्हां दे विच एक फोर्स जिहड़ी हैगी है, फोर्स ऑफ अट्रैक्शन पैदा हो जू ऑन अकाउंट ऑफ द रफनेस ऑफ द सरफेस। एरिया ऑफ एक्चुअल कंटैक्ट इज मच स्मॉलर दैन द एरिया ऑफ एपरेंट कंटैक्ट। कि क्योंकि रफनेस है, जिवें उपर गल की है ओल्ड व्यू ने, तो देखो टच करने वाला एरिया तो बहुत थोड़ा है, देखने को तो ये इन्ना एरिया टच कर रहे हैं आपस दो बॉडीज़ का, पर एक्चुअल कंटैक्ट तो बहुत थोड़ा हो रहा है क्योंकि इरेगुलरिटीज़ ने, ठीक है। तो जिवें ने कहा है कि जेकर 10 की पावर 4 एरिया देखने को लग रहा है भी टच कर रहा है, तो वो करता सिर्फ एक ही रहा है। 10 की पावर 4 सेंटीमीटर स्केयर के विचों सिर्फ 1 सेंटीमीटर स्केयर एरिया ही आपस की कर रहा है, टच कर रहा है, ठीक है। एक्चुअल कंटैक्ट हो रहा है। तो उत्थे दा मतलब साडे कोल जिहड़ी उपरली थ्योरी है एरिया ऑफ कंटैक्ट वाली, ये सैट नहीं बहती हैगी, जिवें कि लिमिटेशन आपां नूं पता लगे गया। तो कहना एट द कंटैक्ट पॉइंट द मॉलीक्यूल ऑफ टू सरफेस आर सो क्लोज टू ईच अदर दे आर एग्जर्ट वैरी स्ट्रोंग इंटरमोलीकुलर फोर्स ऑफ एडिशन। तो उस समय कहता जो ये एक दूजे के नेड़े कंटैक्ट च आ गए, तो दोने मटीरीयल के एटम एक दूजे नाल अट्रैक्ट करते हैं, उन्होंने बोलते हैं अलग अलग मटीरीयल के विचाले जी फोर्स लगती है, उन्होंने बोलते हैं अडहीसिव फोर्स। तां आप जो गूंद होंगी है या कोई भी जोड़न वाला चीज़ बोलते हैं अडहीसिव। तो फोर्स ऑफ अडहीशन लगता है, ठीक है, दो अलग अलग मटीरीयल के एटम्स के विचाले। तो एन एक्चुअल एरिया कंटैक्ट वेरी स्मॉल, जबकि एक्चुअल एरिया बहुत थोड़ा है। देयर फोर जो अडहीसिव प्रैशर है, फोर्स बटा एरिया एट द पॉइंट ऑफ कंटैक्ट बिकम टू लार्ज। देखो प्रैशर का फार्मूला आप कर चुके हैं यूनिट नंबर 1 दे विच, प्रैशर इज इक्वल टू फोर्स अपॉन एरिया। हुण एक फोर्स पैदा होगी जिन्हों आप बोल रहे हैं अडहीसिव फोर्स। फोर्स तो जिन्नी पैदा हुई सो हुई, ठीक है। हुण क्योंकि ये अडहीसिव फोर्स जी लग रही है बहुत स्मॉल एरिए ते लग रही है, एरिया जिहड़ा बहुत थोड़ा है, जिवें उन्हें कहा सी 10 की पावर 4 एरिए चो सिर्फ 1, ठीक है। तो 10 की पावर -2 कह लो, 10 की पावर -3 कह लो, जिन्ना भी मतलब जिन्ना एरिया घट होगा, थोड़ा मैं तुहानूं समझाया सी भी जेकर नीचे वाला जिहड़ा पोर्शन है किसी भी भाग दे विच जिहड़ा डिनोमीनेटर हुंदा जे छोटा होगा तो जिहड़ा आंसर आऊगा ज़्यादा आऊगा। तो जिन्ना एरिया ऑफ कंटैक्ट एक्चुअल एरिया ऑफ कंटैक्ट घट होगा उन्ना आ वाली टर्म वजूगी। वट इज़ दिस अडहीसिव प्रैशर, ठीक है। तो अडहीसिव प्रैशर जिहड़ा हैगा वो बहुत ज़्यादा हो जाऊगा, टू लार्ज, सो मच सो दैट मैनी ऑफ द कंटैक्ट पॉइंट मे डिफॉर्म प्लास्टिकली एंड बिकम कोल्ड वेडेड।
ਵੈਲਡਡ। ਕਹਿੰਦਾ ਇਹ ਪ੍ਰੈਸ਼ਰ ਇੰਨਾ ਵੱਧ ਜੂਗਾ ਵੀ ਜਿਹੜਾ ਤੁਹਾਨੂੰ ਆ ਦੇਖਣ ਨੂੰ ਲੱਗ ਰਿਹਾ ਨਾ ਵੀ ਇਹ ਕੰਟੈਕਟ, ਇਹ ਸਿਰਫ ਕੰਟੈਕਟ 'ਚ ਨੇ, ਇੱਕ ਤਰ੍ਹਾਂ ਦੀ ਇਹਨਾਂ ਦੀ ਵੈਲਡਿੰਗ ਹੋ ਜੂਗੀ, ਵੀ ਇਹਨਾਂ ਦੀ ਆਪਣੀ ਅਸਲੀ ਸ਼ੇਪ ਜਿਹੜੀ ਟੁੱਟ ਜੂਗੀ, ਡਿਫੋਰਮ ਹੋ ਜੂਗੀ, ਡਿਫੋਰਮ ਹੋ ਕੇ ਡਿਫੋਰਮ ਪਲਾਸਟਿਕਲੀ ਦਾ ਮਤਲਬ ਪਰਮਾਨੈਂਟ ਇਹਨਾਂ ਦੀ ਸ਼ੇਪ ਬਦਲ ਜੂਗੀ ਅਤੇ ਇਸ ਤਰ੍ਹਾਂ ਦੀ ਬਣ ਜੂਗੀ ਇੱਕ ਵੀ ਜਿਵੇਂ ਆਪਸ ਦੇ ਵਿੱਚ ਵੈਲਡ ਕਰ ਦਿੱਤੇ ਹੋਣ, ਇੱਕ ਦੂਜੇ ਨਾਲ ਜੋੜ ਦਿੱਤੇ ਹੋਣ, ਵੀ ਇੰਨੀ ਫੋਰਸ ਅਡਹੀਸਿਵ ਫੋਰਸ ਨਾਲ ਇੰਨਾ ਪ੍ਰੈਸ਼ਰ ਬਣ ਜੂਗਾ। ਤਾਂ ਇਹਦਾ ਮਤਲਬ ਬਹੁਤ ਜ਼ਿਆਦਾ ਇੱਥੇ ਪ੍ਰੈਸ਼ਰ ਬਣ ਗਿਆ, ਇੱਕ ਦੂਜੇ ਨਾਲ ਬੌਂਡ ਬਹੁਤ ਜ਼ਿਆਦਾ ਮਜ਼ਬੂਤ ਬਣ ਗਿਆ। ਤਾਂ ਜੇ ਅਸੀਂ ਇਹਨੂੰ ਚਲਾਉਣਾ ਹੈ, ਇਸ ਬੋਡੀ ਨੂੰ ਇਹਦੇ ਉੱਪਰ ਚਲਾਉਣਾ ਹੈ, ਤਾਂ ਹੁਣ ਮੈਨੂੰ ਇਹ ਬੈਲਡਿੰਗ ਹੋ ਗਈਆਂ ਕਾਹਦੇ ਕਰਕੇ, ਫੋਰਸ ਲੱਗ ਰਹੀ ਹੈ ਜਿਹੜੀ ਬਹੁਤ ਸਮੋਲ ਏਰੀਆ ਉੱਪਰ ਜਾਂ ਜ਼ਿਆਦਾ ਅਡਹੀਸਿਵ ਪ੍ਰੈਸ਼ਰ ਕਰਕੇ। ਇਹ ਜਿਹੜਾ ਬਹੁਤ ਜ਼ਿਆਦਾ ਫੋਰਸ ਆਫ ਅਟਰੈਕਸ਼ਨ ਇੱਥੇ ਪੈਦਾ ਹੋ ਗਈ ਇਹਨਾਂ ਪੁਆਇੰਟਸ ਦੇ ਉੱਪਰ, ਤਾਂ ਮੈਨੂੰ ਇਹਨੂੰ ਕੀ ਕਰਨਾ ਪੈਣਾ, ਬ੍ਰੇਕ ਕਰਨਾ ਪੈਣਾ, ਤਾਂ ਹੀ ਇਹ ਬੋਡੀ ਦੂਜੀ ਬੋਡੀ ਉੱਪਰ ਚੱਲੂਗੀ। ਸੋ ਵੈਨ ਵਨ ਬੋਡੀ tries to move over the other, it involves the repurching of thousands of such tiny cold welds। ਤਾਂ repurching ਮਤਲਬ ਇਹਨਾਂ ਨੂੰ ਤੋੜਨਾ ਪਊਗਾ, ਇਹੋ ਜਿਹੇ ਹਜ਼ਾਰਾਂ ਛੋਟੇ ਛੋਟੇ ਟਿਨੀ ਵੈਲਡਿੰਗਸ ਨੂੰ। ਤਾਂ ਇਹਦੇ ਵਾਸਤੇ ਬਹੁਤ ਜ਼ਿਆਦਾ ਕੀ ਲੱਗੂਗੀ, ਅਪੋਜ਼ਿੰਗ ਫੋਰਸ ਲੱਗੂਗੀ। ਦਿਸ ਗਿਵ ਰਾਈਜ਼ ਟੂ ਦਾ ਅਪੋਜ਼ਿੰਗ ਫੋਰਸ ਆਫ ਫ੍ਰਿਕਸ਼ਨ। ਇਹੀ ਕਾਰਨ ਹੈ ਜਿਹੜੀ ਮੈਨੂੰ ਐਕਸਟਰਾ ਫੋਰਸ ਲਾਉਣੀ ਪੈਣੀ ਹੈ ਇਸ ਨੂੰ ਤੋੜਨ ਵਾਸਤੇ ਨਾ, ਵੈਲਡਿੰਗ ਨੂੰ ਤੋੜਨ ਵਾਸਤੇ। ਦਿਸ ਇਜ਼ ਦਾ ਕਾਜ਼ ਆਫ ਦਾ ਫ੍ਰਿਕਸ਼ਨ। ਨੋਟ ਦੈਟ ਦਾ ਟਿਨੀ ਕੋਲਡ ਵੈਲਡ ਰਿਫੋਰਮ continuously as new chance contact are made। ਕਹਿੰਦਾ ਜਿਵੇਂ ਜਿਵੇਂ ਇਹ ਅੱਗੇ ਚੱਲੀ ਜਾਂਦਾ, ਹੁਣ ਤੁਸੀਂ ਇੱਕ ਗੱਲ ਸਮਝੋ, ਇਹ ਨਹੀਂ ਕਿ ਇੱਕ ਵਾਰੀ ਇਹ ਵੈਲਡਿੰਗ ਟੁੱਟ ਗਈ ਅਤੇ ਦੂਜੀ ਵਾਰੀ ਬਣਨੀਆਂ ਨਹੀਂ। ਜਿਵੇਂ ਇੱਥੋਂ ਇਹ ਬੋਡੀ ਮੂਵ ਕਰਕੇ ਅੱਗੇ ਚਲੀ ਜਾਊਗੀ, ਅਗਲੇ ਪੁਆਇੰਟਸ ਦੇ ਕੰਟੈਕਟ 'ਚ ਆਊਗੀ, ਤਾਂ ਉੱਥੇ ਫੋਰਸ ਨਵੀਂ ਪੈਦਾ ਹੋ ਜੂਗੀ, ਠੀਕ ਹੈ। ਫਿਰ ਉਹਨੂੰ ਤੋੜਨਾ ਪਊਗਾ, ਫਿਰ ਅੱਗੇ ਚੱਲੂਗੀ ਤਾਂ ਹੋਰ ਫੋਰਸ ਪੈਦਾ ਹੋ ਜੂਗੀ, ਨਵੇਂ ਪੁਆਇੰਟ ਬਣ ਜਾਣਗੇ ਵੈਲਡਿੰਗ ਦੇ, ਫਿਰ ਉਹਨਾਂ ਨੂੰ ਤੋੜਨਾ ਪਊਗਾ। ਪਰ ਇਹ ਹੈਗਾ ਕਿ ਜਦੋਂ ਚੱਲਣ ਲੱਗ ਗਈ ਬੋਡੀ ਤਾਂ ਉਹ ਓਨਾ ਜ਼ਿਆਦਾ ਸਮੇਂ ਲਈ ਉਹ ਪ੍ਰੈਸ਼ਰ ਕ੍ਰੀਏਟ ਨਹੀਂ ਹੁੰਦਾ, ਬਹੁਤ ਥੋੜ੍ਹੇ ਸਮੇਂ ਲਈ ਹੁੰਦਾ, ਤਾਂ ਫਿਰ ਫੋਰਸ ਘੱਟ ਲੱਗਦੀ ਹੈ ਐਜ਼ ਕੰਪੇਅਰ ਟੂ ਜਦੋਂ ਬੋਡੀ ਨੂੰ ਰੈਸਟ ਤੋਂ ਚਲਾਉਣਾ ਹੁੰਦਾ। ਜਦੋਂ ਪਹਿਲੀ ਵਾਰੀ ਚਲਾਉਣਾ ਤਾਂ ਉਦੋਂ ਜ਼ਿਆਦਾ ਫੋਰਸ ਲੱਗਦੀ ਹੈ। ਇਹਨੂੰ ਸਮਝਣਾ ਬੜਾ ਸੌਖਾ ਹੈ। ਤੁਸੀਂ ਸਾਰਿਆਂ ਨੇ ਮਤਲਬ ਕਿ ਕਿਸੇ ਚੀਜ਼ ਨੂੰ ਆਪਾਂ ਧੱਕਾ ਲਾਉਂਦੇ ਹਾਂ, ਜਿਵੇਂ ਆਪਾਂ ਸ਼ੁਰੂਆਤ 'ਚ ਮੰਨ ਲਓ ਇੱਕ ਟਰੱਕ ਨੂੰ ਧੱਕਾ ਲਾ ਰਹੇ ਹਾਂ, ਮੰਨ ਲਓ, ਵੈਸੇ ਤਾਂ ਇਹ ਸਲਾਈਡਿੰਗ ਦੀ ਗੱਲ ਹੋ ਰਹੀ ਹੈ, ਪਰ ਆਪਾਂ ਇੱਕ ਰੋਲਿੰਗ ਦੀ ਵੀ ਗੱਲ ਕਰ ਰਹੇ ਹਾਂ, ਰੋਲਿੰਗ ਥੋੜ੍ਹਾ ਸੌਖਾ ਸਮਝ ਆ ਜਾਊਗਾ। ਤਾਂ ਆਪਾਂ ਸਲਾਈਡਿੰਗ ਜੋ ਧੱਕਾ ਲਾਉਂਦੇ ਹਾਂ, ਜਦੋਂ ਆਪਾਂ ਜਾਂ ਕਿਸੇ ਟਰੰਕ ਨੂੰ ਧੱਕਾ ਲਾਉਂਦੇ ਹਾਂ, ਕਿਸੇ ਵੱਡੀ ਚੀਜ਼ ਨੂੰ ਧੱਕਾ ਲਾਉਂਦੇ ਹਾਂ, ਜਦੋਂ ਸ਼ੁਰੂਆਤ ਉਹਨੂੰ ਤੋੜਨਾ ਪੈਂਦਾ ਉਦੋਂ ਜ਼ਿਆਦਾ ਫੋਰਸ ਲੱਗਦੀ ਹੈ, ਜਦੋਂ ਇੱਕ ਵਾਰੀ ਉਹ ਰੁੜ ਪੈਂਦੀ ਹੈ ਚੀਜ਼ ਫਿਰ ਘੱਟ ਲੱਗਦੀ ਹੈ, ਠੀਕ ਹੈ। ਉਹ ਕਿਉਂ ਲੱਗਦੀ ਹੈ ਆਪਾਂ ਅੱਗੇ ਗੱਲ ਕਰਾਂਗੇ। ਤਾਂ ਮੈਨੂੰ ਲੱਗਦਾ, ਉਮੀਦ ਤੁਹਾਨੂੰ ਸਮਝ ਆ ਗਿਆ ਇਹਦੇ ਵਿੱਚ ਕੀ ਕਾਰਨ ਸੀ। ਰਫਨੈਸ ਕਾਰਨ ਦੱਸਿਆ ਸੀ ਇਹਨੇ ਕਿ ਇੰਟਰਲੋਕਿੰਗ ਹੋ ਜਾਂਦੀ ਹੈ, ਡਿਪਰੈਸ਼ਨ ਅਤੇ ਪ੍ਰੋਜੈਕਸ਼ਨ ਦੀ ਦੋ ਅਲੱਗ-ਅਲੱਗ ਬੋਡੀਜ਼ ਦੀ, ਉਹਨੂੰ ਇੰਟਰਲੋਕਿੰਗ ਨੂੰ ਤੋੜਨ ਵਾਸਤੇ ਐਕਸਟਰਾ ਫੋਰਸ ਲਾਉਣੀ ਪੈਂਦੀ ਹੈ, ਦੈਟ ਇਜ਼ ਦਾ ਕਾਜ਼ ਆਫ ਫ੍ਰਿਕਸ਼ਨ। ਇਹਦੇ ਵਿੱਚ ਕੀ ਕਹਿੰਦਾ ਹੈ ਕਿ ਏਰੀਆ ਆਫ ਕੰਟੈਕਟ ਬਹੁਤ ਥੋੜ੍ਹਾ ਹੈ, ਜਿੱਥੇ ਆਪਸ ਦੇ ਵਿੱਚ ਕੰਟੈਕਟ ਕਰਦੀਆਂ ਨੇ ਬੋਡੀਜ਼, ਉੱਥੇ ਫੋਰਸ ਆਫ ਫ੍ਰਿਕਸ਼ਨ ਫੋਰਸ ਆਫ ਅਡਹੀਸ਼ਨ ਪੈਦਾ ਹੁੰਦੀ ਹੈ ਦੋ ਬੋਡੀਜ਼ ਦੇ ਜਿਹੜੇ ਅਲੱਗ-ਅਲੱਗ ਐਟਮ ਨੇ, ਮੋਲੀਕਿਊਲ ਉਹਨਾਂ ਦੇ ਵਿਚਾਲੇ। ਪਰ ਕਿਉਂਕਿ ਇਹ ਫੋਰਸ ਬਹੁਤ ਥੋੜ੍ਹੇ ਏਰੀਏ 'ਤੇ ਲੱਗਦੀ ਹੈ, ਇਸ ਕਰਕੇ ਉੱਥੇ ਬਹੁਤ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਹੋ ਜਾਂਦਾ ਹੈ, ਅਤੇ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਕਿ ਇਹ ਇੱਕ ਤਰੀਕੇ ਨਾਲ ਆਪਸ ਦੇ ਵਿੱਚ ਵੈਲਡਿੰਗ ਦੀ ਤਰ੍ਹਾਂ ਜੁੜ ਜਾਂਦੇ ਨੇ, ਅਤੇ ਇਹਨਾਂ ਵੈਲਡ ਨੂੰ ਤੋੜਨ ਵਾਸਤੇ ਸਾਨੂੰ ਐਕਸਟਰਾ ਫੋਰਸ ਲਗਾਉਣੀ ਪੈਂਦੀ ਹੈ। ਦੈਟ ਇਜ਼ ਦਾ ਕਾਜ਼ ਆਫ ਫ੍ਰਿਕਸ਼ਨ। ਹੁਣ ਜਿਹੜੀਆਂ ਦੋ ਲਿਮੀਟੇਸ਼ਨ ਸੀ ਆਪਾਂ ਓਲਡ ਵਿਊ ਦੀਆਂ, ਠੀਕ ਹੈ, ਉਹਨਾਂ ਨੂੰ ਜਿਹੜਾ ਇਹ ਮਾਡਰਨ ਵਿਊ ਹੈ ਦੂਰ ਕਰ ਦਿੰਦਾ ਹੈ। ਕਿਵੇਂ ਦੂਰ ਕਰਦਾ ਦੇਖੋ। ਹਾਂਜੀ, ਪਹਿਲੀ ਫ੍ਰਿਕਸ਼ਨ ਫੋਰਸ, ਪਹਿਲੇ 'ਚ ਕੀ ਕਿਹਾ ਸੀਗਾ ਕਿ ਏਰੀਆ ਜਿਹੜਾ ਜੇ ਏਰੀਆ ਵਧੂਗਾ ਤਾਂ ਏਰੀਆ ਵਧਣ ਦੇ ਨਾਲ ਫੋਰਸ ਆਫ ਫ੍ਰਿਕਸ਼ਨ ਵਧਣੀ ਚਾਹੀਦੀ ਹੈ, ਪਰ ਐਕਚੁਅਲੀ ਐਕਸਪੈਰੀਮੈਂਟ ਇਸ ਤਰ੍ਹਾਂ ਹੁੰਦਾ ਨਹੀਂਗਾ। ਤਾਂ ਜਿਵੇਂ ਉਹਨੇ ਕਿਹਾ ਸੀ ਫ੍ਰਿਕਸ਼ਨ ਫੋਰਸਿਸ ਵਿਲ ਬੀ ਇੰਡੀਪੈਂਡੈਂਟ ਆਫ ਦਾ ਏਰੀਆ ਆਫ ਕੰਟੈਕਟ, ਕਿ ਫ੍ਰਿਕਸ਼ਨਲ ਫੋਰਸਿਸ ਨੇ ਏਰੀਆ ਆਫ ਕੰਟੈਕਟ 'ਤੇ ਡਿਪੈਂਡ ਨਹੀਂ ਕਰਨਗੀਆਂ। ਕਿਉਂ? ਦਿਸ ਇਜ਼ ਬਿਕੋਜ਼ ਦਾ ਇਨਕਰੀਜ਼ ਇਨ ਦਾ ਏਰੀਆ ਆਫ ਕੰਟੈਕਟ, ਜੇ ਏਰੀਆ ਆਫ ਕੰਟੈਕਟ ਵਧੂਗਾ ਤਾਂ ਫੋਰਸ ਆਫ ਅਡਹੀਸ਼ਨ ਆਲਸੋ ਇਨਕਰੀਜ਼, ਫੋਰਸ ਵੱਧ ਜੂਗੀ। ਐਜ਼ ਦਾ ਅਡਹੀਸਿਵ ਪ੍ਰੈਸ਼ਰ ਰਿਸਪੋਂਸੀਬਲ ਫੋਰ ਦਾ ਫ੍ਰਿਕਸ਼ਨ ਰਿਮੇਨ ਸੇਮ, ਠੀਕ ਹੈ। ਫ੍ਰਿਕਸ਼ਨ ਏਰੀਆ ਵੱਧ ਜੂਗਾ ਤਾਂ ਫੋਰਸ ਨੇ ਕੀ ਕਹਿਣਾ, ਕਹਿੰਦਾ ਫੋਰਸ ਵੀ ਵਧੂਗੀ ਨੀਚੋਂ। ਇਹ ਦੇਖੋ ਹੁਣ ਪਹਿਲਾਂ ਕੀ ਸੀਗਾ, ਆਪਾਂ ਕਿਹਾ ਸੀ ਕਿ ਏਰੀਆ ਬਹੁਤ ਥੋੜ੍ਹਾ ਹੈ। ਹੁਣ ਜੇ ਮੈਂ ਏਰੀਆ ਵਧਾਤਾ ਤਾਂ ਆ ਵੀ ਤਾਂ ਵਧੂਗੀ, ਉੱਪਰੋਂ ਆ ਵੀ ਵਧੂਗੀ, ਐਫ ਵੀ ਵਧੂਗੀ। ਕਿਉਂ ਵਧੂਗੀ ਐਫ? ਕਿਉਂਕਿ ਪੁਆਇੰਟ ਆਫ ਕੰਟੈਕਟ ਵੱਧ ਜਾਣਗੇ, ਜਿੰਨੇ ਪੁਆਇੰਟ ਆਫ ਕੰਟੈਕਟ ਵੱਧ ਜਾਣਗੇ ਉਨੀ ਫੋਰਸ ਆਫ ਐਡੀਸ਼ਨ ਵੱਧ ਜੂਗੀ। ਤਾਂ ਇਹਦਾ ਮਤਲਬ ਜਿਹੜੀ ਰੇਸ਼ੋ ਹੈ ਪਰ ਦੋਨਾਂ ਦੀ ਜਿਹੜੀ ਭਾਗ ਹੈ ਉਹ ਜਿੰਨੀ ਪਹਿਲਾਂ ਸੀ ਓਨੀ ਉਹ ਰਹੂਗੀ, ਭਾਗ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਇਹਦੇ ਵਧਣ ਨਾਲ ਉੱਪਰਲਾ ਭਾਗ ਵੀ ਵਧ ਰਿਹਾ, ਜਿਵੇਂ ਇਹ ਵਧੂ ਉਵੇਂ ਇਹ ਵਾਜੂ। ਤਾਂ ਡਿਵੀਜ਼ਨ ਕਰਨ ਤੋਂ ਬਾਅਦ ਜਿਹੜਾ ਆਨਸਰ ਆ ਰਿਹਾ ਉਹ ਓਨਾ ਹੀ ਹੈ, ਮਤਲਬ ਪ੍ਰੈਸ਼ਰ ਸੇਮ ਹੈ। ਜੇ ਪ੍ਰੈਸ਼ਰ ਸੇਮ ਹੈ ਤਾਂ ਸਾਨੂੰ ਜਿਹੜੀ ਫ੍ਰਿਕਸ਼ਨ ਪੈਦਾ ਹੋਈ, ਆਪਾਂ ਕੀ ਗੱਲ ਕੀਤੀ ਪਿੱਛੇ ਕਿ ਪ੍ਰੈਸ਼ਰ ਵੱਧ ਗਿਆ,
ਪ੍ਰੈਸ਼ਰ ਵਧਣ ਨਾਲ ਕੋਲਡ ਵੈਲਡਿੰਗ ਹੋ ਗਈ। ਜੇ ਪ੍ਰੈਸ਼ਰ ਸੇਮ ਰਹੂਗਾ ਤਾਂ ਕੋਲਡ ਵੈਲਡਿੰਗ ਉਨੀ ਹੋਣਗੀਆਂ, ਉਨੀ ਕੁ ਰਹਿਣਗੀਆਂ, ਜਾਂ ਉਨੀ ਕੁ ਮਾਤਰਾ ਨਾਲ ਉਨੀ ਕੁ ਤਾਕਤ ਵਿੱਚ ਰਹਿਣਗੀਆਂ, ਤਾਂ ਉਹਨੂੰ ਤੋੜਨ ਵਾਸਤੇ ਉਨੀ ਕੀ ਫੋਰਸ ਲੱਗੂਗੀ। ਸੈਕਿੰਡ ਗੱਲ ਆਪਾਂ ਕਹੀ ਸੀ ਕਿ ਐਕਸਟਰਾ ਸਮੂਥ ਕਰਨ ਨਾਲ ਫ੍ਰਿਕਸ਼ਨ ਘਟਣ ਦੀ ਬਜਾਏ ਵੱਧ ਜਾਂਦੀ ਹੈ। ਇਹਦਾ ਕਾਰਨ ਵੀ ਦੱਸਿਆ ਨੇ। ਜਦੋਂ ਆਪਾਂ ਐਕਸਟਰਾ ਸਮੂਥ ਕਰ ਦਾਂਗੇ ਚੀਜ਼ ਨੂੰ, ਹੁਣ ਦੇਖੋ ਇੱਕ ਤਾਂ ਆਹ ਸਰਫੇਸ ਹੈ, ਇਹਦੇ ਵਿੱਚ ਕੀ ਨੇ, ਪ੍ਰੋਜੈਕਸ਼ਨ ਅਤੇ ਡਿਪਰੈਸ਼ਨ ਘੱਟ ਨੇ, ਜਾਂ ਏਰੀਆ ਜਿਹੜਾ ਪੁਆਇੰਟ ਆਫ ਕੰਟੈਕਟ ਘੱਟ ਨੇ। ਜਦੋਂ ਆਪਾਂ ਐਕਸਟਰਾ ਸਮੂਥ ਕਰਤਾ ਤਾਂ ਡਿਪਰੈਸ਼ਨ ਅਤੇ ਜਿਹੜੀਆਂ ਪ੍ਰੋਜੈਕਸ਼ਨ ਸੀ ਉਹ ਛੋਟੀਆਂ ਹੋ ਜਾਣਗੀਆਂ। ਛੋਟੀਆਂ ਹੋਣ ਦੇ ਨਾਲ ਉਹਨਾਂ ਦਾ ਏਰੀਆ ਆਫ ਕੰਟੈਕਟ ਆਪਸ 'ਚ ਵੱਧ ਜੂਗਾ। ਜਿਵੇਂ ਦੇਖੋ ਲਿਖਿਆ ਨੇ, ਵੈਨ ਦਾ ਸਰਫੇਸ ਔਰ ਇਨ ਕੰਟੈਕਟ ਆਰ ਐਕਸਟਰਾ ਸਮੂਥ, ਡਿਸਟੈਂਸ ਬਿਟਵੀਨ ਦਾ ਮੋਲੀਕੂਲ ਆਫ ਸਰਫੇਸ ਇਨ ਕੰਟੈਕਟ ਡਿਕਰੀਜ਼। ਤਾਂ ਇਹ ਆਪਸ ਦੇ ਵਿੱਚ ਨੇੜੇ ਆ ਗਏ ਤਾਂ ਅਡਹੀਸਿਵ ਫੋਰਸ ਵੱਧ ਜਾਣਗੀਆਂ। ਪਹਿਲਾਂ ਜਿਵੇਂ ਜੇ ਤਾਂ ਪ੍ਰੋਜੈਕਸ਼ਨ ਅਤੇ ਡਿਪਰੈਸ਼ਨ ਵੱਡੀਆਂ ਨੇ ਤਾਂ ਆਪਸ ਦੇ ਵਿੱਚ ਮੋਲੀਕੂਲ ਬਹੁਤ ਘੱਟ ਥਾਵਾਂ 'ਤੇ ਨੇੜੇ ਆਉਣਗੇ, ਮਤਲਬ ਏਰੀਆ ਆਫ ਐਕਚੁਅਲ ਕੰਟੈਕਟ ਬਹੁਤ ਘੱਟ ਹੋਊਗਾ। ਪਰ ਜਦੋਂ ਐਕਸਟਰਾ ਸਮੂਥ ਕਰ ਦਾਂਗੇ, ਪ੍ਰੋਜੈਕਸ਼ਨ ਅਤੇ ਡਿਪਰੈਸ਼ਨ ਘੱਟ ਜਾਣਗੀਆਂ, ਉਹਨਾਂ ਦੇ ਸਾਈਜ਼ ਛੋਟੇ ਹੋ ਜਾਣਗੇ, ਉਹ ਇੱਕ ਦੂਜੇ ਦੇ ਜ਼ਿਆਦਾ ਨੇੜੇ ਆ ਜਾਣਗੇ, ਏਰੀਆ ਆਫ ਐਕਚੁਅਲ ਕੰਟੈਕਟ ਵੱਧ ਜੂਗਾ, ਤਾਂ ਉਹਦੇ ਨਾਲ ਅਡਹੀਸਿਵ ਫੋਰਸ ਵੱਧ ਜੂਗੀ। ਜੇ ਅਡਹੀਸਿਵ ਫੋਰਸ ਵੱਧ ਜੂਗੀ ਤਾਂ ਅਡਹੀਸਿਵ ਪ੍ਰੈਸ਼ਰ ਹੋਰ ਵੱਧ ਜੂਗਾ, ਕਿਉਂਕਿ ਫੋਰਸ ਵਧੂਗੀ। ਪ੍ਰੈਸ਼ਰ ਅਤੇ ਫੋਰਸ ਕੀ ਨੇ, ਡਾਇਰੈਕਟਲੀ ਪ੍ਰਪੋਰਸ਼ਨਲ ਨੇ, ਉੱਪਰ ਨੇ। ਪ੍ਰੈਸ਼ਰ ਅਤੇ ਏਰੀਆ ਇਨਵਰਸਲੀ ਪ੍ਰਪੋਰਸ਼ਨਲ ਨੇ। ਠੀਕ ਹੈ, ਤਾਂ ਏਰੀਆ ਤਾਂ ਉਨਾ ਹੀ ਰਹੂਗਾ ਜਿੰਨਾ ਪਹਿਲਾਂ ਸੀ। ਆਪਾਂ ਐਕਸਟਰਾ ਸਮੂਥ ਕਰਤਾ ਤਾਂ ਐਕਚੁਅਲ ਏਰੀਆ ਵੱਧ ਜੂਗਾ, ਨਾਲ ਅਡਹੀਸਿਵ ਫੋਰਸ ਬਹੁਤ ਜ਼ਿਆਦਾ ਵੱਧ ਜੂਗੀ, ਤਾਂ ਉਹਦੇ ਨਾਲ ਕੀ ਹੈ, ਪ੍ਰੈਸ਼ਰ ਵੱਧ ਜੂਗਾ। ਪ੍ਰੈਸ਼ਰ ਵਧਣ ਨਾਲ ਜਿਹੜੀ ਹੈ ਫੋਰਸ ਆਫ ਫ੍ਰਿਕਸ਼ਨ ਹੋਰ ਜ਼ਿਆਦਾ ਇਨਕਰੀਜ਼ ਹੋ ਜੂਗੀ। ਠੀਕ ਹੈ, ਦੁਬਾਰਾ ਫਿਰ ਦੋ ਕਮੀਆਂ ਸੀਗੀਆਂ ਓਲਡ ਵਿਊ 'ਚ। ਪਹਿਲੀ ਕਮੀ ਸੀ ਕਿ ਏਰੀਆ ਵਧਣ ਨਾਲ ਓਲਡ ਵਿਊ ਕਹਿੰਦਾ ਸੀ ਕਿ ਫ੍ਰਿਕਸ਼ਨ ਵਧੂਗੀ, ਪਰ ਐਕਸਪੈਰੀਮੈਂਟਲੀ ਦੇਖਿਆ ਕਿ ਏਰੀਆ ਵਧਣ ਨਾਲ ਕੋਈ ਫਰਕ ਨਹੀਂ ਪਿਆ। ਕਿਉਂ? ਕਿਉਂਕਿ ਜੇ ਏਰੀਆ ਵਧਿਆ ਤਾਂ ਨਾਲ ਐਫ ਵੱਧ ਗਈ, ਅਡਹੀਸਿਵ ਫੋਰਸ ਵੱਧ ਗਈ। ਠੀਕ ਹੈ, ਅਡਹੀਸਿਵ ਫੋਰਸ ਵੱਧ ਗਈ ਤਾਂ ਦੋਨਾਂ ਦਾ ਰੇਸ਼ੋ ਕੀ ਰਹਿੰਦੀ ਹੈ, ਸੇਮ ਰਹਿੰਦੀ ਹੈ। ਦੂਜਾ ਕਹਿੰਦਾ ਜੇ ਐਕਸਟਰਾ ਸਮੂਥ ਕਰ ਦਾਂਗੇ ਤਾਂ ਫ੍ਰਿਕਸ਼ਨ ਘਟਣੀ ਚਾਹੀਦੀ ਸੀ, ਪਰ ਦੇਖਿਆ ਕਿ ਐਕਸਪੈਰੀਮੈਂਟਲੀ ਕਿ ਵੱਧ ਜਾਂਦੀ ਹੈ। ਕਾਰਨ ਕੀ ਦੱਸਿਆ ਕਿ ਜਦੋਂ ਐਕਸਟਰਾ ਸਮੂਥ ਕਰ ਦਾਂਗੇ ਤਾਂ ਡਿਸਟੈਂਸ ਜਿਹੜਾ ਹੈਗਾ ਮੋਲੀਕਿਊਲ ਦੇ ਵਿਚਾਲੇ ਉਹ ਘੱਟ ਜੂਗਾ। ਡਿਸਟੈਂਸ ਘੱਟ ਜੂਗਾ ਤਾਂ ਫੋਰਸ ਆਫ ਅਡਹੀਸ਼ਨ ਹੋਰ ਜ਼ਿਆਦਾ ਵੱਧ ਜੂਗੀ। ਜੇ ਫੋਰਸ ਵੱਧ ਜੂਗੀ ਜੋ ਕਿ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਪ੍ਰੈਸ਼ਰ ਹੈ ਤਾਂ ਪ੍ਰੈਸ਼ਰ ਵੱਧ ਜੂਗਾ। ਜੇ ਪ੍ਰੈਸ਼ਰ ਵੱਧ ਜੂਗਾ ਤਾਂ ਫ੍ਰਿਕਸ਼ਨਲ ਫੋਰਸ ਵੱਧ ਜੂਗੀ। ਠੀਕ ਹੈ, ਤਾਂ ਇਹ ਦੋ ਵਿਊਜ਼ ਨੇ ਜਿਹੜੇ ਕਿ ਸਾਨੂੰ ਐਕਸਪਲੇਨ ਕਰਦੇ ਨੇ ਕਾਜ਼ ਆਫ ਦਾ ਫ੍ਰਿਕਸ਼ਨ। ਤਾਂ ਸੈਕਿੰਡ ਵਿਊ ਜਿਹੜਾ ਹੈਗਾ ਉਹ ਜ਼ਿਆਦਾ ਚੰਗੀ ਤਰ੍ਹਾਂ ਐਕਸਪਲੇਨ ਕਰਦਾ ਹੈ। ਹੁਣ ਫ੍ਰਿਕਸ਼ਨ ਦੋ ਕਾਰਨਾਂ ਕਰਕੇ ਹੁੰਦੀ ਹੈ, ਐਕਸਟਰਨਲ ਫ੍ਰਿਕਸ਼ਨ ਅਤੇ ਇੰਟਰਨਲ ਫ੍ਰਿਕਸ਼ਨ। ਐਕਸਟਰਨਲ ਫ੍ਰਿਕਸ਼ਨ ਕਦੋਂ ਆਊਗੀ ਪਤਾ ਹੀ ਆਪਾਂ ਨੂੰ, when two bodies in contact with each other try to move or there is actual relative motion between two। ਕਿ ਜਦੋਂ ਦੋ ਬੋਡੀਜ਼ ਨੇ, ਐਕਸਟਰਨਲ ਫ੍ਰਿਕਸ਼ਨ ਉਦੋਂ ਪੈਦਾ ਹੋ ਜੂਗੀ ਜਦੋਂ ਦੋ ਬੋਡੀਜ਼ ਨੇ ਤਾਂ ਉਹ ਇੱਕ ਦੂਜੇ ਉੱਪਰ ਮੂਵ ਕਰਨ ਦੀ ਕੋਸ਼ਿਸ਼ ਕਰਦੇ ਨੇ ਐਕਚੁਅਲੀ, ਤਾਂ ਉਦੋਂ ਜਿਹੜੀ ਐਕਸਟਰਨਲ ਫ੍ਰਿਕਸ਼ਨ ਆਉਂਦੀ ਹੈ ਉਹਨੂੰ ਬੋਲਾਂਗੇ ਕੰਟੈਕਟ ਫ੍ਰਿਕਸ਼ਨ, ਮਤਲਬ ਦੋ ਬੋਡੀਆਂ ਆਪਸ 'ਚ ਕੰਟੈਕਟ ਕਰ ਰਹੀਆਂ ਨੇ ਤਾਂ ਆਈ ਹੈ। ਇੰਟਰਨਲ ਕਦੋਂ ਆਊਗੀ? ਜਿਵੇਂ ਕਿ ਪਾਣੀ ਦੇ ਵਿੱਚ ਹੁੰਦਾ, ਇਹ ਆਪਾਂ ਯੂਨਿਟ ਨੰਬਰ 7 'ਚ ਕਰਾਂਗੇ ਕਿ ਦੋ ਲੇਅਰ ਨੇ ਪਾਣੀ ਦੀਆਂ, ਲਿਕੁਇਡ ਦੀਆਂ, ਪਾਣੀ ਕਹਾਂਗੇ ਆਪਾਂ, ਲਿਕੁਇਡ ਕਹਾਂਗੇ। ਦੋ ਲੇਅਰ ਨੇ ਲਿਕੁਇਡ ਦੀਆਂ, ਉਹ ਆਪਸ ਦੇ ਵਿੱਚ ਕੀ ਕਰਦੀਆਂ ਨੇ, ਜਦੋਂ ਮੂਵ ਕਰਦੀਆਂ ਨੇ ਤਾਂ ਇੱਕ ਲੇਅਰ ਦੂਜੀ ਲੇਅਰ ਨੂੰ ਚੱਲਣ ਦਾ ਅਪੋਜ਼ ਕਰਦੀ ਹੈ, ਰੋਕਦੀ ਹੈ। ਦੈਟ ਇਜ਼ ਕਾਲਡ ਵਿਸਕੋਸਿਟੀ। ਠੀਕ ਹੈ, ਉਹਨੂੰ ਆਪਾਂ ਬੋਲਾਂਗੇ ਇੰਟਰਨਲ ਫ੍ਰਿਕਸ਼ਨ। ਅੱਗੇ ਜਿਹੜੀ ਫ੍ਰਿਕਸ਼ਨ ਹੈ ਉਹਦੀਆਂ ਟਾਈਪਸ ਨੇ। ਸਟੈਟਿਕ ਫ੍ਰਿਕਸ਼ਨ, ਫ੍ਰਿਕਸ਼ਨ ਦੀਆਂ ਅੱਗੇ ਸਾਡੇ ਕੋਲ ਟਾਈਪਸ ਨੇ। ਪਹਿਲੀ ਹੈਗੀ ਹੈ ਸਟੈਟਿਕ, ਸੈਕਿੰਡ ਹੈਗੀ ਸਾਡੇ ਕੋਲ ਲਿਮਿਟਿੰਗ, ਐਂਡ ਥਰਡ ਹੈਗੀ ਸਾਡੇ ਕੋਲ ਕਾਇਨੈਟਿਕ। ਤਿੰਨ ਤਰ੍ਹਾਂ ਦੀ ਸਾਡੇ ਕੋਲ ਫ੍ਰਿਕਸ਼ਨ ਦੀਆਂ ਟਾਈਪਸ ਨੇ। ਨਾਮ ਤੋਂ ਹੀ ਪਤਾ ਲੱਗ ਰਿਹਾ ਹੈ। ਪਹਿਲਾ ਸ਼ਬਦ ਕਰਦੇ ਹਾਂ ਆਪਾਂ ਸਟੈਟਿਕ। ਸਟੈਟਿਕ ਦਾ ਕੀ ਮਤਲਬ ਹੈ? ਸਟੈਟਿਕ ਮੀਨਸ ਹੁੰਦਾ ਹੈ ਜਦੋਂ ਕੋਈ ਬੋਡੀ ਖੜੀ ਹੋਵੇ। ਮੈਂ ਤੁਹਾਨੂੰ ਉੱਪਰ ਪਹਿਲਾਂ ਗੱਲ ਦੱਸ ਕੇ ਹਟਿਆ ਕਿ ਫ੍ਰਿਕਸ਼ਨ ਉਦੋਂ ਨਹੀਂ ਪੈਦਾ ਹੁੰਦੀ ਸਿਰਫ ਜਦੋਂ ਬੋਡੀ ਦੇ ਉੱਪਰ ਆਪਾਂ ਫੋਰਸ ਲਾਈਏ ਅਤੇ ਬੋਡੀ ਚੱਲ ਪਏ। ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਬੋਡੀ ਦੇ ਉੱਪਰ ਫੋਰਸ ਲਾਈਏ ਪਰ ਹਾਲੇ ਚੱਲੀ ਨਹੀਂ ਹੈਗੀ ਬੋਡੀ, ਉਹਨੇ ਐਕਚੁਅਲ ਮੂਵ ਕਰਨਾ, ਮੋਸ਼ਨ ਕਰਨਾ ਸ਼ੁਰੂ ਨਹੀਂ ਕੀਤਾ ਹੈਗਾ, ਪਰ ਉਹਦੇ ਉੱਪਰ ਫੋਰਸ ਲਗਾਈ ਗਈ ਹੈ ਕਿ ਉਹ ਚੱਲੇ, ਉਹਨੂੰ ਮੂਵ ਕਰਾਉਣ ਦੀ ਆਪਾਂ ਕੋਸ਼ਿਸ਼ ਕੀਤੀ ਹੈ। ਤਾਂ ਜਦੋਂ ਬੋਡੀ ਉੱਪਰ ਫੋਰਸ ਲੱਗ ਰਹੀ ਹੋਵੇ ਪਰ ਬੋਡੀ ਐਕਚੁਅਲ 'ਚ ਮੂਵ ਨਾ ਕਰੇ ਤਾਂ ਉਸ ਸਮੇਂ ਜਿਹੜੀ ਫ੍ਰਿਕਸ਼ਨ ਪੈਦਾ ਹੋ ਰਹੀ ਹੈ ਜਾਂ ਲੱਗ ਰਹੀ ਹੈ ਉਹਨੂੰ ਆਪਾਂ ਬੋਲਾਂਗੇ ਸਟੈਟਿਕ ਫ੍ਰਿਕਸ਼ਨ। ਜਿਵੇਂ ਨੇ ਇੱਕ ਡਾਇਗਰਾਮ ਬਣਾਈ ਹੈ, ਜਿਵੇਂ ਮੈਂ ਬਣਾਈ ਸੀ ਉੱਪਰ,
कि एक सरफेस है, वो एक ब्लॉक पे है, ब्लॉक का वेट है जिहड़ा आपां पता वेट हमेशा सेंटर तो नीचे नूं सीधा mg, तो जिहड़े ओपोजिट एक रिएक्शन लगती है, सरफेस वेट सरफेस के उपर लगता है, सरफेस की लगाता है बॉडी के उपर रिएक्शन लगाता है। आप चंगी तरह कर चुके पिछले चैप्टर च। आ एक फोर्स है जिहड़ी मैं लगाने की कोशिश कर रहा, पी जिहदा नाम दिता है, तो पी दे लगन करके की पैदा होगी, फ्रिक्शन पैदा होगी। ये गल याद रखनी है, जो आ नहीं हैगी, आ वाली एबसेंट है, पी एबसेंट है, तो एफ भी एबसेंट है। एफ उदों आऊ जो पी आऊ, मतलब जब तक मैं जो आप बॉडी के बाहरों फोर्स नहीं लावांगे उन्होंने मूव कराने वास्ते, उदों तक फ्रिक्शन भी पैदा नहीं होती हैगी। ये गल याद रखने वाली है, ठीक है जी। तो अपोजिंग फोर्स दैट कम इन टू प्ले वैन वन बॉडी टेंड्स टू मूव ओवर द सरफेस ऑफ अनदर, कि अपोजिंग फोर्स जिहड़ी उदों कम इन टू प्ले उदों पैदा हुई या उदों लगनी शुरू हुई जदों एक बॉडी टेंड्स मतलब कोशिश करती है टू मूव ओवर द सरफेस ऑफ अनदर, बट एक्चुअल मोशन हैज़ येट नॉट स्टार्टड, पर एक्चुअल च बॉडी हले मूव नहीं कर रही, तो उन्होंने आप बोलांगे साडे कोल किहड़ी फ्रिक्शन है, वो साडे कोल हैगी है स्टैटिक फ्रिक्शन, कि उस टाइम हले बॉडी ने मूव करना शुरू नहीं किया हैगा। हाँ जी, उस तो बाद साडे कोल नोट दैट स्टैटिक फ्रिक्शन डज नॉट एग्जिस्ट बाय इटसैल्फ, अपने आप नहीं पैदा होंदी, जिवें पहले दस्सिया मैंने, ये पैदा होने का कारण कौन है, आ वाली फोर्स है जिहड़ी असीं लगा रहे हैं। वैन देर इज़ नो अपलाइड फोर्स देर इज़ नो स्टैटिक फ्रिक्शन। ये याद रखो अपने मेनली याद रखनी की है, यदी डेफिनेशन याद रखनी है, ठीक है। तो इहदियां जिहड़ियां प्रॉपर्टीज़ ने कि अपने आप नहीं पैदा होंदी, जिमें जिमें जो साडी पी लगूगी एक्सटर्नल फोर्स लगूगी या अटैम्पटिंग फोर्स नूं आपां बोलांगे, मैं कोशिश करूँगा चलाने की, तो उदों पैदा हो, ठीक है। नोट दैट स्टैटिक फ्रिक्शन अपोज इंपेंडिंग मोशन, मतलब जो मोशन असीं कराने की कोशिश कर रहे हैं, यह जिहड़ी फ्रिक्शन है स्टैटिक फ्रिक्शन उसका विरोध करती है, ठीक है। जे फ्रिक्शन ना होंदी, सोचो हुण जे स्टैटिक फ्रिक्शन ना होंदी, मैं चाहे थोड़ी जी फोर्स भी लांदा तो बॉडी नूं मूव करना चाहिए सी, पर जे यह फ्रिक्शन है तां ही मेरे फोर्स लगाने के बावजूद भी बॉडी नहीं मूव करती। हुण जे तुसीं इहनूं समझना होवे, तुहाडे घर दे विच बैड ने, जो आपां नूं खिच्चदे हैं या धक्कदे हैं, तो मैनूं जो शुरुआत आपां थोड़े जोर नाल इहनूं खिच्च या धक्कण की कोशिश करते हैं तो बैड हिलदे नहीं, ठीक है। क्यों? क्योंकि मेरी फोर्स लगाने नाल उत्थे स्टैटिक फ्रिक्शन पैदा हो जाती है। जे ना होंदी सोचो तो मैं चाहे एक छोटी उंगली नाल भी धक्का दिंदा बैड नूं, तो बैड ने खिसक जाना सी, ठीक। ये जिहड़ी स्टैटिक फ्रिक्शन है, एक गल होर याद रखने वाली गल है, जिहड़ी स्टैटिक फ्रिक्शन है ये बहुत इंपॉर्टेंट है, सैल्फ एडजस्टिंग है। ये सैल्फ एडजस्टिंग इहदा की मतलब होया, देखो पहला तुसीं बैड नूं एक हत्थ नाल हिलाउण की कोशिश करदे हो, नहीं हिलदा, फिर तुसीं थोड़ा जिहा एक हत्थ नाल होर जोर वधा दिंदे हो, बैड फिर भी नहीं हिलदा, फिर दो हत्थां नाल हल्के दोए हत्थां नाल हल्के हत्थां नाल घट जोर नाल हिलाउण की कोशिश करदे हो, नहीं हिलदा, दोए हत्थां नाल बहुत जोर लगाने हो फिर भी नहीं हिलदा, फिर तुसीं अपने भाई या भैन नूं नाल लगा लैंदे हो, जोर लगाने हो, बैड हिल जाता है। इहदा मतलब जदों मैं एक हत्थ नाल फोर्स लाई सी तां स्टैटिक फ्रिक्शन जिन्नी मैं लगाई उन्नी वो पैदा होगी, तां हिलिया नहीं। जे दो हत्थां नाल मैं फोर्स लाई तो जिन्नी फोर्स मैं लगाई उन्नी पैदा होगी, तो जिहड़ी स्टेट हैगी सी रैस्ट च है। हुण जे ऐ सोचो, जे थोड़े दिमाग 'च क्वेश्चन आ रहा है भी सर स्टैटिक फ्रिक्शन मेरी फोर्स नालों ज़्यादा हो, हुण इहनूं तुसीं सोच के देखो भी तां नहीं हिलिया क्योंकि स्टैटिक फ्रिक्शन मेरी फोर्स नालों ज़्यादा है। हुण सोचो ध्यान नाल, आ मेरी पी है, मैं इहनूं इधर नूं धक्कना चाहना, फ्रिक्शन किधर नूं पैदा होंदी है, जिधर नूं मेरी पी लगी है उहदे उल्ट, आ फ्रिक्शन है, मैं पी लगाई मान लो 10 न्यूटन, तो यह 10 न्यूटन ही बन जूगी अपने आप, ठीक है। तो नहीं चलिया, फिर मैं 10 च होर 10 करता, जोड़ती एक्सट्रा करती, तो यह 20 हो जू, ये भी
ठीक है। ਤਾਂ ਇਹ ਨਹੀਂ ਚੱਲੀ। ਤੁਸੀਂ ਕਹੋਗੇ ਸਰ ਜੇ ਪਹਿਲਾਂ 10 ਲਾਈ ਸੀ ਤਾਂ ਪਹਿਲਾਂ ਵੀ ਤਾਂ 20 ਹੋ ਸਕਦੀ ਸੀ ਇਹ। ਜੇ ਪਹਿਲਾਂ 20 ਹੁੰਦੀ ਤਾਂ ਦੋ ਫੋਰਸਿਸ ਲੱਗ ਰਹੀਆਂ ਨੇ। ਹੁਣ ਸੋਚੋ ਰੱਸਾ ਕੱਸੀ ਦਾ ਮੈਚ ਚੱਲ ਰਿਹਾ, ਇੱਕ ਇੱਧਰ ਨੂੰ ਖਿੱਚ ਰਿਹਾ, ਇੱਕ ਇੱਧਰ ਨੂੰ ਖਿੱਚ ਰਿਹਾ। ਇੱਕ ਨੇ 10 ਲਾਇਆ ਜ਼ੋਰ, ਇੱਕ ਨੇ 20 ਲਾਇਆ, ਤਾਂ ਰੱਸਾ ਕਿੱਧਰ ਨੂੰ ਜਾਊਗਾ? ਜਿੱਧਰ ਨੂੰ 20 ਲੱਗ ਰਿਹਾ। ਤਾਂ ਜੇ ਇਸ ਕੇਸ 'ਚ ਵੀ ਐਂ ਹੁੰਦਾ ਵੀ ਇਹ ਪਹਿਲਾਂ ਤੋਂ ਹੀ ਫ੍ਰਿਕਸ਼ਨ 20 ਲੱਗ ਰਹੀ ਹੈ, ਜਦੋਂ ਅਸੀਂ 10 ਲਾਈ ਹੈ, ਮੈਨੇ 10 ਨਿਊਟਨ ਫੋਰਸ ਲਾਈ ਹੈ, ਪਰ ਫ੍ਰਿਕਸ਼ਨ ਪਹਿਲਾਂ ਤੋਂ ਹੀ 20 ਹੈ, ਤਾਂ ਇਹ ਬਕਸਾ ਆਪਣੇ ਆਪ ਨਾਲ ਇੱਧਰ ਨੂੰ ਆ ਜਾਂਦਾ। ਕਿਉਂਕਿ ਜਿੱਧਰ ਨੂੰ ਇਹ ਦੋ ਫੋਰਸਿਸ ਨੇ ਤੇ ਦੋਨੇ ਫੋਰਸਿਸ ਇਕੁਇਲਿਬਰੀਅਮ 'ਚ ਨਹੀਂ ਹੈਗੀਆਂ, ਅਨਬੈਲੈਂਸਡ ਨੇ, ਇੱਕ ਜ਼ਿਆਦਾ ਹੈ ਇੱਕ ਘੱਟ ਹੈ। ਤਾਂ ਬੋਡੀ ਨੂੰ ਆਪਣੇ ਆਪ ਕੀ ਕਰਨਾ ਚਾਹੀਦਾ ਸੀ? ਮੂਵ ਕਰਨਾ ਚਾਹੀਦਾ ਸੀ। ਕਿੱਧਰ ਨੂੰ? ਜਿੱਧਰ ਨੂੰ ਵੱਧ ਫੋਰਸ ਲੱਗ ਰਹੀ ਹੈ। ਇਸ ਤਰ੍ਹਾਂ ਤਾਂ ਨਹੀਂ ਹੁੰਦਾ। ਤਾਂ ਇਹਦਾ ਮਤਲਬ ਕੀ ਹੈ? ਇਹ ਸ਼ੁਰੂਆਤ 'ਚ 20 ਨਹੀਂ ਹੈਗੀ, ਸ਼ੁਰੂਆਤ 'ਚ 10 ਹੈ, ਕਿਉਂਕਿ ਮੇਰੀ ਫੋਰਸ ਵੀ 10 ਹੈ। ਜਦੋਂ ਮੈਂ 20 ਕਰਤੀ ਤਾਂ ਇਹ 20 ਹੋ ਗਈ, ਜਦੋਂ ਮੈਂ 30 ਕਰਤੀ ਫੋਰਸ ਆਪਣੀ ਤਾਂ ਇਹ 30 ਹੋ ਗਈ। ਮੰਨ ਲਓ ਇਹਦੀ ਮੈਕਸੀਮਮ ਵੈਲਿਊ ਜਿੰਨੀ ਇਹ ਪੈਦਾ ਕਰ ਸਕਦੀ ਸੀ, ਉਹ ਡਿਪੈਂਡ ਕਰਦੇ ਮਾਸ ਦੇ ਉੱਪਰ, ਏਰੀਆ, ਕੰਟੈਕਟ, ਆਪਾਂ ਜਿਹੜੀ ਗੱਲਾਂ ਪੜ੍ਹੀਆਂ ਨੇ, ਠੀਕ ਹੈ। ਅੱਗੇ बढ़ांगे लॉज ਕਿਹਦੇ ਉੱਪਰ ਡਿਪੈਂਡ ਕਰਦਾ। ਤਾਂ ਮੰਨ ਲਓ ਇਹਦੀ ਮੈਕਸੀਮਮ ਵੈਲਿਊ 30 ਸੀ ਤਾਂ ਮੈਂ 30 ਫੋਰਸ ਲਾਈ ਤਾਂ 30 ਹੋ ਗਈ। ਜਦੋਂ ਮੈਂ 30 ਤੋਂ 31 ਕਰੂੰ, ਇੱਕ ਵਧਾਊਂ ਜਾਂ ਦੋ ਵਧਾਊਂ, ਤਾਂ ਇਹਨੇ ਮੂਵ ਕਰਨਾ ਸ਼ੁਰੂ ਕਰ ਦੇਣਾ। ਇਹਦਾ ਮਤਲਬ ਇਹ ਨਹੀਂ ਕਿ ਇਹਨੇ ਵਧੀ ਹੋ ਜਾਣਾ ਹੈ, ਜਿਵੇਂ ਜਿਵੇਂ ਮੇਰੀ ਵਧੀ ਜਾਊ। ਇਹਦੀ ਕੋਈ ਲਿਮਿਟ ਨਹੀਂ, ਫਿਰ ਤਾਂ ਬੋਡੀ ਕਦੇ ਚੱਲੂਗੀ ਹੋਈ ਨਹੀਂ। ਇਹਦੀ ਇੱਕ ਲਿਮਿਟ ਹੈ, ਮੈਕਸੀਮਮ ਲਿਮਿਟ ਹੈ, ਜਿੱਥੇ ਜਾ ਕੇ ਜਿਸ ਤੋਂ ਬਾਅਦ ਜ਼ਿਆਦਾ ਇਹ ਬੋਡੀ ਹੋਰ ਜ਼ਿਆਦਾ ਸਟੈਟਿਕ ਫ੍ਰਿਕਸ਼ਨ ਨਹੀਂ ਲਗਾ ਸਕਦੀ, ਠੀਕ ਹੈ। ਉਸ ਲਿਮਿਟ ਤੋਂ ਜਦੋਂ ਅਸੀਂ ਜ਼ਿਆਦਾ ਫੋਰਸ ਲਗਾ ਦਾਂਗੇ ਤਾਂ ਬੋਡੀ ਨੇ ਸਲਾਈਡ ਕਰਨਾ ਸ਼ੁਰੂ ਕਰ ਦੇਣਾ, ਮੂਵ ਕਰਨਾ ਸ਼ੁਰੂ ਕਰ ਦੇਣਾ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਮੈਂ ਜਿੰਨੀ ਮਰਜ਼ੀ ਫੋਰਸ ਲਾਈ ਜਾਵਾਂ, ਦੁਨੀਆ 'ਚ ਆਪਾਂ ਨੂੰ ਕੋਈ ਮੋਸ਼ਨ ਦੇਖਣ ਨੂੰ ਮਿਲਣੀ ਨਹੀਂ ਸੀ ਜੇ ਇਸ ਤਰ੍ਹਾਂ ਹੁੰਦਾ। ਤਾਂ ਉਮੀਦ ਹੈ ਤੁਹਾਨੂੰ ਗੱਲ ਸਮਝ ਆ ਗਈ ਹੋਣੀ ਕਿ ਸਟੈਟਿਕ ਫ੍ਰਿਕਸ਼ਨ ਹੈ ਜਿਹੜੀ ਉਹ ਸੈਲਫ ਐਡਜਸਟਿੰਗ ਹੈ। ਜਿਵੇਂ ਜਿਵੇਂ ਅਪਲਾਈਡ ਫੋਰਸ ਵੱਧਦੀ ਹੈ, ਉਵੇਂ ਉਵੇਂ ਸਟੈਟਿਕ ਫ੍ਰਿਕਸ਼ਨ ਵੱਧਦੀ ਹੈ ਅਪ ਟੂ ਦਾ ਲਿਮਿਟਿੰਗ ਵੈਲਿਊ। ਹੁਣ ਜਿਹੜੀ ਸੈਕਿੰਡ ਸਾਡੇ ਕੋਲ ਟਾਈਪ ਹੈ ਲਿਮਿਟਿੰਗ ਵੈਲਿਊ, ਤਾਂ ਜੀ ਮੈਂ ਡੈਫੀਨੇਸ਼ਨ ਦੇਣੀ ਹੋਵੇ ਤਾਂ ਕੀ ਦੇਵਾਂਗਾ? ਮੈਕਸੀਮਮ ਵੈਲਿਊ ਆਫ ਸਟੈਟਿਕ ਫ੍ਰਿਕਸ਼ਨ। ਸਭ ਤੋਂ ਸਿੰਪਲ ਸ਼ਬਦ ਕਿ ਸਟੈਟਿਕ ਫ੍ਰਿਕਸ਼ਨ ਦੀ ਮੈਕਸੀਮਮ ਵੈਲਿਊ ਨੂੰ ਮੈਂ ਕੀ ਬੋਲੂੰਗਾ? ਲਿਮਿਟਿੰਗ ਫ੍ਰਿਕਸ਼ਨ ਬੋਲੂੰਗਾ। ਮਤਲਬ ਇਹ ਉਹ ਮੈਕਸੀਮਮ ਵੈਲਿਊ ਹੈ ਕਿ ਇਸ ਤੋਂ ਜ਼ਿਆਦਾ ਜੇਕਰ ਮੈਂ ਫੋਰਸ ਆਪਣੀ ਵਧਾਊਂਗਾ, ਅਪਲਾਈਡ ਫੋਰਸ ਵਧਾਊਂਗਾ, ਤਾਂ ਬੋਡੀ ਮੂਵ ਕਰਨਾ ਸ਼ੁਰੂ ਕਰ ਦੂ। ਇੱਥੇ ਤੱਕ ਲਿਮਿਟਿੰਗ ਵੈਲਿਊ ਤੱਕ ਮੂਵ ਨਹੀਂ ਕਰਦੀ। ਲਿਮਿਟਿੰਗ ਕੀ ਹੈ? ਮੈਕਸੀਮਮ ਵੈਲਿਊ ਹੈ। ਜੇ ਇਸ ਤੋਂ ਜ਼ਿਆਦਾ ਵਧਾਊਂਗਾ ਤਾਂ ਚੱਲੂ, ਇੱਥੇ ਤੱਕ ਹਾਲੇ ਨਹੀਂ ਮੂਵ ਕਰਦੀ ਬੋਡੀ। ਤਾਂ ਇਟ ਇਜ਼ ਦਾ ਡੈਫੀਨੇਸ਼ਨ ਦੇਖੋ ਉੱਥੇ ਲਿਖੀ ਹੋਈ ਹੈ। It is the maximum opposing force that come into play when one body is just at the verge of moving. Verge of moving मतलब बस चलना शुरू ही कर दूँ over the surface of the another body कि इस तो थोड़ी जी भी फोर्स बढ़ाओ तो बॉडी ने मूव कर जाना है, पर हाले मूव नहीं किया। ठीक है। हुण जेकर मैं इस तो ज़्यादा बढ़ा दूंगा तो की होगा? लिमिटिंग तो ज़्यादा बढ़ा दूंगा, फिर आ तीजी टाइप आ जाऊगी, दैट इज़ काइनेटिक। ठीक है। मतलब जदों ये उदों लगती है जदों बॉडी मूव करना शुरू कर चुकी होंदी है, उस समय जिहड़ी फ्रिक्शन पैदा हो रही होंदी है, उस समय जिहड़ी फ्रिक्शन लग रही होंदी है। हुण ये नहीं सोचना कि बॉडी दा मूव कर गई जी हुण फ्रिक्शन खत्म हो गई, नहीं। फ्रिक्शन तां हमेशा ही रहिंदी है, कदे खत्म नहीं होंदी। जे फ्रिक्शन मूव करन तो बाद खत्म हो जाती फिर सोचो की होना सीगा। आपां गड्डी दे विच बह जांदे, एक वारी धक्का दे दिंदे, 5 बंदे लग के, 10 बंदे लग के, 20 बंदे लग के, तो फ्रिक्शन को आपां ओवरकम कर देंगे। एक बारी गड्डी चल पई, फ्रिक्शन खत्म हो गई। जो फ्रिक्शन खत्म हो गई तो गड्डी ने कदे रुकना ही नहीं सी, तो फिर तो मैनू गड्डी विच इंजन की जरूरत ही नहीं सी, ते ना ही मैनू उहदे विच कोई फ्यूल पाउण की जरूरत पैनी सी। ठीक है। इस तरह नहीं हुंदा। काइनेटिक फ्रिक्शन हुंदी है, मतलब फ्रिक्शन की एक वैल्यू हुंदी है, पर यह वैल्यू घट हुंदी है लिमिटिंग नालों। ठीक है। लिमिटिंग नालों की होगी? घट होगी। मतलब लिमिटिंग की है? फ्रिक्शन की मैक्सिमम वैल्यू है जिथे तक वह बॉडी मूव बस करना, जस्ट करना शुरू कर दी है, भी इस तो बाद करूगी। तो जो मूव करना शुरू कर दे तो काइनेटिक फ्रिक्शन जी है उदों लगनी शुरू कर दी है। तो इट इज़ ए डायनामिक फ्रिक्शन। डायनामिक मतलब जो बॉडी मूव कर रही हो, इज़ द अपोजिंग फोर्स दैट कम इन टू प्ले वैन वन बॉडी इज़ एक्चुअली मूविंग ओवर द सरफेस ऑफ द अनदर बॉडी। So it is found that kinetic friction जिहड़ी है depend upon the normal reaction and on the quality of finish of the rubbing surface। जिहड़ी kinetic friction है वो depend करती है
नॉर्मल रिएक्शन किन्ना है, जिवें अपने आप गल कीती सी भी इत्थे बॉडी के उपर एक वेट हुंदा है जो नीचे नूं लगदा हुंदा है, ते नॉर्मल रिएक्शन सीधा बॉडी के सरफेस के परपेंडिकुलर उपर नूं लगदा है। तो ये किहदे उपर डिपेंड करती है, एक तो नॉर्मल रिएक्शन ते, दूजा आ जिहड़े सरफेस आपस च कंटैक्ट कर रहे हैं उन्हां दी क्वालिटी की है उन्हां दे उपर। सो इट डज नॉट डिपेंड अपॉन द एरिया ऑफ कंटैक्ट, एरिया कंटैक्ट से डिपेंड नहीं करती, बट किनेटिक फ्रिक्शन डज डिपेंड ऑन द वेलोसिटी ऑफ द रिलेटिव मोशन। हुण ये भी गल ध्यान रखने, रिलेटिव मोशन कितना है, वेलोसिटी स्लो है कि तेज है। जो तेज होगी वेलोसिटी तो फ्रिक्शन घट होगी, जो वेलोसिटी स्लो होगी घट होगी वैल्यू तो फ्रिक्शन की वैल्यू ज़्यादा होगी। तो फिर साडे कोल एक ग्राफ बन जाता है, असीं एक ग्राफ बना लेने आ, एक पासे फ्रिक्शन है, ठीक है, तो दूजे पासे साडे कोल की है अपलाइड फोर्स है, अपलाइड फोर्स। तो शुरुआत की है, मेरी अपलाइड फोर्स बढ़ रही है, नाल फ्रिक्शन भी बढ़ रही है, अपलाइड फोर्स बढ़ रही है, नाल फ्रिक्शन भी बढ़ रही है, तो एक मैक्सीमम वैल्यू आ गई। एक ये पोर्शन किहड़ा है स्टैटिक फ्रिक्शन का, तो एक मैक्सीमम वैल्यू आ गई। उस तो बाद बॉडी इत्थों बाद की है, जो मैं थोड़ी जी फोर्स होर बढ़ा दूंगा बॉडी चलना शुरू कर दूगी, तो फ्रिक्शन जो बॉडी चल पई तो फ्रिक्शन की होगी घट जूगी, तो हुण फ्रिक्शन की वैल्यू घटूगी। तो उस तो बाद फ्रिक्शन की वैल्यू की है घटती जानी, जिमें जिमें अपलाइड फोर्स बढ़ती जाऊगी, वेलोसिटी बढ़ती जाऊगी, फ्रिक्शन की वैल्यू जी है वो घटती जाऊगी। तो उस तो बाद जेकर मैं वेलोसिटी कॉन्सटेंट कर देना तो यह जी करव है वो इस तरह आ जूगी। एक गल ये भी नोट करने वाली है, ये सोचना आपने यह करव नीचे नूं नहीं जाती हैगी, इन्हूं थोड़ी जी मैं अमेंड करदा, नीचे नूं नहीं जाती, कारण क्योंकि जो नीचे नूं जाई जाऊगी तो मतलब फ्रिक्शन घटती जीरो हो जू, पर फ्रिक्शन कदे जीरो नहीं होंदी हैगी। तो ये स्टैटिक फ्रिक्शन का पोर्शन आ गया, ये लिमिटिंग फ्रिक्शन का आ गया, ये की है किनेटिक फ्रिक्शन, कि जो मूव करन लगी एक स्पीड के उपर, एक खास स्पीड के उपर, तो ये फ्रिक्शन जी हैगी की हो जूगी कॉन्सटेंट हो जूगी किनेटिक फ्रिक्शन। ये कॉन्सटेंट स्पीड वास्ते है, जे मैं स्पीड वेलोसिटी होर बढ़ाऊंगा तो फ्रिक्शन बढ़ जू, मतलब होर घट जूगी, पर जीरो कदे भी नहीं होंदी, गल नोट करने वाली, जीरो कदे भी नहीं होंदी, एक मिनिमम वैल्यू हमेशा फ्रिक्शन की रहिंदी है, ठीक है। तो इत्थों मैं जी लाइन है आप लगातार नीचे नहीं कर सकते, क्योंकि फिर जीरो नूं वो मीट कर जूगी। आप इन्हूं जिथों मर्जी जाके मोड़ सकते हैं, मतलब इत्थों जाके स्ट्रेट हो जाती है भी घटती फिर इत्थे स्ट्रेट होगी, ठीक। तो तीन तरह की वैल्यू होगी, स्टैटिक फ्रिक्शन, फिर लिमिटिंग, फिर किनेटिक। तो सब तो ज़्यादा किहड़ी है लिमिटिंग, ठीक है। स्टैटिक की कोई फिक्स वैल्यू नहीं हैगी, क्यों, क्योंकि ये सैल्फ एडजस्टिंग है, ये साडी फोर्स के अनुसार अपने आप जिहड़ी है वो बढ़दी या घटदी है। हुण जिहड़ी है साडे कोले स्लाइड किनेटिक फ्रिक्शन है, किनेटिक नूं अगे दो भागां दे विच वंड दिंदे आ। पहले जिहड़ा किनेटिक फ्रिक्शन आलवेज स्लाइटली लैस दैन दैट लिमिटिंग फ्रिक्शन, किनेटिक की वैल्यू लिमिटिंग नालों हमेशा की हुंदी है घट हुंदी है। दूजा साडे कोल जिहड़ी ये किनेटिक फ्रिक्शन है, किनेटिक मतलब जो बॉडी मूव करे, हुण मूव दो तरीके नाल कर सकदी है, एक हैगा स्लाइड करना, बॉडी स्लाइड कर रही है, एक बॉडी रोल कर रही है। स्लाइड तुहानूं पता ही है, स्लाइड ते रोल च की फर्क है, रोल करने वास्ते पहिए चाहिए होंदे ने, तो ये जिहड़ी पहिए की खोज है ये इस करके बहुत वड्डी मन्नी जाती है, क्योंकि इस तो पहला बॉडी कल्ली स्लाइड करदियां सीगियां। पुराने समय जो बॉडी कल्ली जो एक जगह तो दूजी जगह तो लेके जानी पैंदी सी, आदम मनुख नूं जिहड़े साडे प्रिमिटिव्स ने उन्हां नूं तो सिर्फ खिच के ले जा सकदे सी, घसा के स्लाइड करके। तो जदों रोलिंग जो पहिए की खोज हो गई तो चीज़ों उन्होंने ट्रांसपोर्ट करना की हो गया, एक जगह तो दूजी जगह तो ले जाना सौखा हो गया, क्योंकि ये रोलिंग फ्रिक्शन च कन्वर्ट हो गया काम। तो सौखा क्यों होया होगा, जोर घट लगता, आपको पता है चीज़ नूं रोड़न दे विच जोर घट लगता है, क्यों, उसका कारण है फ्रिक्शन। रोलिंग फ्रिक्शन इज़ वेरी वेरी स्मॉलर दैन द स्लाइडिंग फ्रिक्शन। सो स्लाइडिंग की गल करिए आप, अपोजिंग फोर्स दैट कम इन टू प्ले वैन वन बॉडी एक्चुअली स्लाइड ओवर द सरफेस ऑफ अदर बॉडी। जो सच्ची मुची स्लाइड करती है, ऐ नहीं कि स्लाइड करने की कोशिश नहीं करती, स्लाइड करती है, तो उस समय जी फ्रिक्शन पैदा होती है, अपोजिंग फोर्स पैदा होती है, आप स्लाइडिंग फ्रिक्शन कहने हैं। एग्जाम्पल के तौर पर आप एक फ्लैट ब्लॉक जोड़ा है कोई टेबल वगैरह जिमें आप स्लाइड करते हैं फ्लोर के उपर। सैकेंड अपने को रोलिंग की होगी, जन वैन वन बॉडी एक्चुअली रोल ओवर द सरफेस ऑफ द अनदर बॉडी। हुण स्लाइड नहीं करती, रुड़ रही है, रोल कर रही है, तो आप बोलांगे रोलिंग फ्रिक्शन। तो दोनों के विचों साडे कोले स्लाइडिंग फ्रिक्शन की वैल्यू ज़्यादा होंदी है, तो रोलिंग फ्रिक्शन की जी वैल्यू वो की होंदी है घट होंदी है,
ठीक है। हुण रोलिंग फिर गल सोचण वाली है, रोलिंग करते हुए तो फ्रिक्शन क्यों लग रही है, रोल करने वाले तो फ्रिक्शन लगनी चाहिए। स्लाइड वाला तो सानूं समझ आ गया, असीं दो कारण कर लए, ओल्ड व्यू ते मॉडर्न व्यू। हुण रोलिंग का भी कारण है साडे कोल, रोलिंग क्यों पैदा हुई, पर हैगी तो हैगी है, चाहे बहुत घट है पर हैगी है। उसनूं समझो तुसीं। आ सानूं एक एग्जाम्पल दित्ती हुई है भी एक साडे कोल व्हील है। ये जिहड़ी एग्जाम्पल है ये साडे कोल एग्जाम्पल हैगी है कि यह एक ਲੱਕੜ ਦਾ व्हील है ਜਾਂ लोहे का व्हील है, ठीक है, रबड़ का नहीं हैगा। तो ਜਿਹੜੇ ਸਰਫੇਸ ਦੇ ਉੱਪਰ ਚੱਲ ਰਿਹਾ ਹੈ ਉਹ ਸਰਫੇਸ ਨਰਮ ਸਰਫੇਸ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕੱਚੀ ਸੜਕ ਕਹਿ ਸਕਦੇ ਹਾਂ ਆਪਾਂ ਇੱਕ ਤਰ੍ਹਾਂ ਦੀ, ਠੀਕ ਹੈ। ਜਾਂ ਇਹਦਾ ਜੇ ਡਾਇਗਰਾਮ ਦੂਜੀ ਅੱਜ ਕੱਲ੍ਹ ਦੇ ਸਮੇਂ ਦੇ ਹਿਸਾਬ ਨਾਲ ਬਣਾਈਏ ਤਾਂ ਸਾਡੀ ਸੜਕ ਕੀ ਹੈ, ਪੱਕੀ ਹੈ, ਉਹਦੇ ਉੱਪਰ ਜਿਹੜਾ ਇਹ ਚੱਲਦਾ ਹੈ व्हील ਉਹ ਰਬੜ ਦਾ ਹੋ ਜਾਂਦਾ ਹੈ। ਤਾਂ ਉਹ व्हील ਤੁਸੀਂ ਦੇਖਿਆ ਹੋਊਗਾ ਕਾਰਾਂ ਬੱਸਾਂ ਦਾ ਨੀਚੋਂ ਥੋੜ੍ਹਾ ਜਿਹਾ ਫਲੈਟ ਹੋ ਜਾਂਦਾ, ਪੂਰਾ ਗੋਲ ਨਹੀਂ ਰਹਿੰਦਾ, ਗੱਡੀ ਦੇ ਵਜਨ ਕਰਕੇ ਥੋੜ੍ਹਾ ਜਿਹਾ ਫਲੈਟ ਹੋ ਜਾਂਦਾ ਉਹ, ਠੀਕ ਹੈ। ਤਾਂ ਜਦੋਂ व्हील ਜਿਹੜਾ ਰੋਲ ਕਰਦਾ ਹੈ ਲੇਬਲ ਟਰੈਕ ਦੇ ਉੱਪਰ, ਤਾਂ ਏਰੀਆ ਆਫ ਕੰਟੈਕਟ ਦੇਖੋ व्हील ਦਾ ਕੀ ਹੁੰਦਾ, ਸਿਰਫ ਇੱਕ ਪੁਆਇੰਟ 'ਤੇ ਬਹੁਤ ਥੋੜ੍ਹੀ ਜਿਹੀ ਜਗ੍ਹਾ 'ਤੇ ਉਹ ਸੜਕ ਨੂੰ ਟੱਚ ਕਰੂ, ਟਰੈਕ ਨੂੰ ਟੱਚ ਕਰੂ, ठीक है। सो प्रैशर एग्जर्टेड विच इज इक्वल टू द वेट अपॉन एरिया इज़ वेरी लार्ज। तो उस पॉइंट से जिथे वो टच कर रहा है, इस केस की गल कर रहे हैं आप, जो टच कर रहा है वो एक पॉइंट है, सिर्फ एक पॉइंट के उपर टच कर रहे हैं, तो प्रैशर आप पहले कर चुके, फोर्स अपॉन एरिया। फोर्स की है अपने को वेट, वो तो गड्डी का जिन्ना हैगा जां चीज़ पहिए का जिन्ना वेट हैगा सो हैगी हैगा। एरिया बहुत थोड़ा है तो निचली चीज़ छोटी है, तो प्रैशर की वैल्यू की आ जूगी, बहुत ज़्यादा आ जूगी। तो ये करके की पैदा हो गया, आ देखो डिप्रैशन, प्रैशर बढ़ गया ना, तो सड़क या लेबल ट्रैक है जो थोड़ा जिहा दब गया, ये आप कच्ची सड़क की गल करते हैं, तो डिप्रैशन पैदा हो गया। हुण की है, इस पहिए ने जे अगे बढ़ना है, तुहानूं पता है जो पहिया किसी डिप्रैशन च आ जाए, टोए च आ जाए, तो उन्होंने अगे चढ़न वास्ते ज़्यादा फोर्स की लोड़ पऊगी, एक्सट्रा फोर्स की लोड़ पऊगी। तो यह डिप्रैशन इन द सरफेस बिलो एंड माउंट ए बंप इन फ्रंट, सरफेस का डिप्रैशन बन गया पर पहिए के मूहरे की बन गया, एक बंप बन गया, ठीक है। इन टर्न सरफेस ऑफ द रोलिंग बॉडी इन कंटैक्ट गैट स्लाइटली कंप्रैस्ड। जां की होगा दूजी केस की है, आ वाला केस कि आ जो स्लाइडिंग बॉडी है यदा निचला सरफेस थोड़ा जिहा दब गया, ठीक है। दस रोलिंग वी कॉन्सटेंटली पुल आउट ऑफ द डिप्रैशन। हुण जो दब गया तो ये मूहरे भी एक तरह का बंप बन गया, जो इत्थों दब गया तो इत्थों थोड़ा जिहा उभार आ गया, ठीक है। ये इत्थे की सी ये आ चीज़ एक तरह के रोड़े का काम करूँ, ये मूहरे जो उरे उभार आ गया, जो पहिए नूं वड्डा करके देखिए तो इत्थे थोड़ा जिहा उभार बन जूगा क्योंकि दब गया, फ्लैट हो गया। हुण तो एक तरह का हो गया जिवें थोड़ा जिहा रोड़ा लग गया होवे मूहरे, तो पहिए ने जो इसनूं अगे जाना है तो इस छोटे जे रोड़े नूं उभार नूं की करना पऊगा, लगातार पार करना पऊगा, कॉन्सटेंटली पुल आउट ऑफ द डिप्रैशन। ਜਾਂ ਤਾਂ इसनूं इस टोए चों लगातार बाहर निकलना पऊगा, ਜਾਂ ਆਪਾਂ कहिए इस उभार नूं जे वो रबड़ का टायर है, पक्की सड़क है, तो पार करना पऊगा। साइमल्टेनियसली डिटैच इटसैल्फ फ्रॉम द रोड, इत्थे की है जिहड़ा उभार है ਉਹਨੂੰ पार करना है, ਜਾਂ ਜਿਹੜਾ ਆਪਾਂ ਕਹਿੰਦੇ ਇਹਨੇ ਕਿਹਾ कि सरफेस बहुत ज़्यादा नाल जुड़ गया, एक पॉइंट की थां ते ज़्यादा सरफेस कंटैक्ट च आ गया, तो इत्थों छड़ाना पऊगा सरफेस तो, क्योंकि वही ਜਿਹੜੀਆਂ फोर्सिस ने ਕਿਹੜੀਆਂ इंटरमोलीकुलर फोर्सिस ਜਾਂ एटॉमिक फोर्सिस, ਉਹਨਾਂ ਤੋਂ ਛੜਾਣਾ ਪਊਗਾ ਜੋ ਸੜਕ ਤੇ ਟਾਇਰ ਦੇ ਵਿਚਾਲੇ ਪੈਦਾ ਹੋ ਗਈਆਂ। ਸੋ ਵਿਚ ਇਜ਼ ਅਪੋਜ਼ਡ ਬਾय ਦ ਫੋਰਸ ਆਫ ਅਡਹੀਸ਼ਨ। ਤੇ ਜਿਹਨੂੰ ਛੜਾਣਾ ਹੈ, ਹੁਣ ਉਹ ਕੰਟੈਕਟ ਵੱਧ ਗਿਆ ਤਾਂ ਅਡਹੀਸਿਵ ਫੋਰਸ ਨੂੰ ਫੜਨਾ ਚਾਹੁੰਦੀਆਂ ਨੇ, ਟਾਇਰ ਅੱਗੇ ਘੁੰਮਣਾ ਚਾਹੁੰਦਾ ਹੈ, तो जे असीं टायर नूं अगे घुमाउणा चाहुंदे आ तो सानूं लगातार आह अडहीसिव फोर्सिस नूं की करना पऊगा, तोड़ना पऊगा। सो यह की है काज ऑफ द रोलिंग फ्रिक्शन। तो दो तरीके नाल इसनूं समझाया गया है कि जेकर कच्ची सड़क है तो उहदे विच डिप्रैशन पैदा हो गया प्रैशर करके, तो इस डिप्रैशन तो बाहर निकलना पैना पहिए नूं। जे साडे कोले पक्की सड़क है, रबड़ का टायर है, तो वो नीचों फ्लैट हो गया, तो उहदा ज़्यादा एरिया जुड़ गया सड़क दे नाल, तो सड़क ते रबड़ के टायर विचाले अडहीसिव फोर्स पैदा होगी ज़्यादा, तो लगातार टायर नूं सड़क तो की होना पैना, अलग होना पैना। तो अलग होने वास्ते की लानी पऊगी, एक्सट्रा फोर्स लानी पऊगी। तो यही की है कारण है रोलिंग फ्रिक्शन का। वैन ए टायर इज प्रॉपरली फ्लैटड इट बिकम हार्ड एंड गैट कंप्रैसड बाय द रोड टू मच स्मॉलर एक्सटेंट। हुण देखो टायरां दे विच, हुण इसनूं समझो तुसीं
ਜਦੋਂ ਤੁਸੀਂ ਕੋਈ ਤੁਹਾਡੇ ਕੋਲ ਸਾਈਕਲ ਹੈ, ਮੋਟਰਸਾਈਕਲ ਹੈ, ਸਕੂਟਰ ਹੈ, ਕਾਰ ਹੈ, ਜਦੋਂ ਟਾਇਰ ਦੇ ਵਿੱਚ ਹਵਾ ਘੱਟ ਹੁੰਦੀ ਹੈ ਤਾਂ ਤੁਹਾਡਾ ਜ਼ੋਰ ਵੱਧ ਲੱਗਦਾ ਹੈ ਉਹਨੂੰ ਚਲਾਉਣ 'ਚ। ਠੀਕ ਹੈ, ਘੱਟ ਹਵਾ ਵਾਲੇ ਟਾਇਰਾਂ ਨੂੰ ਜਦੋਂ ਆਪਾਂ ਸਾਈਕਲ ਨੂੰ ਚਲਾਵਾਂਗੇ ਤਾਂ ਜ਼ਿਆਦਾ ਜ਼ੋਰ ਲੱਗਦਾ। ਕਿਉਂ? ਆਹੀ ਕਾਰਨ ਹੈ, ਟਾਇਰ ਜ਼ਿਆਦਾ ਫਲੈਟ ਹੋ ਜਾਂਦਾ ਹੈ, ਫ੍ਰਿਕਸ਼ਨ ਵੱਧ ਜਾਂਦੀ ਹੈ, ਜਿਸ ਕਰਕੇ ਸਾਡਾ ਜਿਹੜਾ ਜ਼ੋਰ ਹੈ ਉਹਨੂੰ ਪਾਰ ਕਰਨ 'ਚ ਫ੍ਰਿਕਸ਼ਨ 'ਚ ਜ਼ਿਆਦਾ ਲੱਗਦਾ ਹੈ। ਪਰ ਜਦੋਂ ਟਾਇਰ ਦੀ ਹਵਾ ਸਹੀ ਭਰੀ ਹੋਵੇ ਤਾਂ ਟਾਇਰ ਹਾਰਡ ਹੋ ਜਾਂਦਾ ਹੈ, ਤਾਂ ਘੱਟ ਦਬਦਾ ਹੈ, ਫਲੈਟ ਘੱਟ ਹੁੰਦਾ ਹੈ, ਤਾਂ ਸਾਡੀ ਫ੍ਰਿਕਸ਼ਨ ਕੀ ਹੋ ਜਾਂਦੀ ਹੈ? ਘੱਟ ਜਾਂਦੀ ਹੈ। ਤਾਂ ਬਾਈਸਾਈਕਲ ਨੂੰ ਚਲਾਉਣਾ ਜਾਂ ਕਿਸੇ ਵੀ ਚੀਜ਼ ਨੂੰ ਚਲਾਉਣਾ ਕੀ ਹੋ ਜਾਂਦਾ ਹੈ? ਸੌਖਾ ਹੋ ਜਾਂਦਾ ਹੈ। ਬਾਈਸਾਈਕਲ ਨੂੰ ਆਪਾਂ ਤਾਂ ਕਹਿ ਰਹੇ ਕਿਉਂਕਿ ਬਾਈਸਾਈਕਲ ਚਲਾਉਂਦੇ ਸਾਡੇ ਮਸਲ ਦਾ ਜ਼ੋਰ ਲੱਗਦਾ ਹੈ, ਤਾਂ ਅਸੀਂ ਇਸ ਜ਼ੋਰ ਨੂੰ ਮਹਿਸੂਸ ਕਰ ਪਾਉਂਦੇ ਹਾਂ। ਕਾਰ ਮੋਟਰਸਾਈਕਲ ਦੇ ਕੇਸ 'ਚ ਅਸੀਂ ਉਸ ਨੂੰ ਮਹਿਸੂਸ ਨਹੀਂ ਕਰ ਪਾਉਂਦੇ। Note that the velocity of the point of contact of the wheel with respect to the floor remain zero all the time। ਹੁਣ ਦੇਖੋ ਕੀ ਕਹਿੰਦਾ ਇਹ ਕਿ ਜਿਹੜਾ ਪੁਆਇੰਟ ਆਫ ਕੰਟੈਕਟ ਹੈ ਜਿੱਥੋਂ ਉਹ ਸਰਫੇਸ ਨੂੰ ਜੁੜਿਆ ਹੋਇਆ ਹੈ ਉਹਦੀ ਵੈਲੋਸਿਟੀ ਕਿੰਨੀ ਹੈ? ਟਾਇਰ ਤਾਂ ਘੁੰਮ ਰਿਹਾ, ਉਹਦੀ ਵੈਲੋਸਿਟੀ ਕਿੰਨੀ ਹੈ? ਉਹਦੀ ਵੈਲੋਸਿਟੀ ਜ਼ੀਰੋ ਹੈ। ਕਿਉਂ ਜ਼ੀਰੋ ਹੈ? ਕਿਉਂਕਿ ਆਹ ਪੁਆਇੰਟ ਤਾਂ ਇੱਥੇ ਹੀ ਰਹਿੰਦਾ ਹੈ। ਪੁਆਇੰਟ ਆਫ ਕੰਟੈਕਟ ਜਿਹੜਾ ਟਾਇਰ ਦੇ ਵੱਖ-ਵੱਖ ਭਾਗ ਸੜਕ ਨੂੰ ਅਲੱਗ-ਅਲੱਗ ਥਾਂ 'ਤੇ ਟੱਚ ਕਰ ਰਹੇ ਨੇ, ਪਰ ਆਹ ਪੁਆਇੰਟ ਤਾਂ ਉਸੇ ਜਗ੍ਹਾ 'ਤੇ ਰਹਿੰਦਾ ਸੜਕ ਦੇ ਮੁਕਾਬਲੇ, ਇਹ ਨਹੀਂ ਮੂਵ ਕਰਦਾ। ਤਾਂ ਪੁਆਇੰਟ ਆਫ ਕੰਟੈਕਟ ਦੀ ਜਿਹੜੀ ਵੈਲੋਸਿਟੀ ਉਹ ਜ਼ੀਰੋ ਹੈ। ਆਲਦੋ ਸੈਂਟਰ ਆਫ ਦਾ ਵੀਲ, ਆਹ ਜਿਹੜਾ ਸੈਂਟਰ ਹੈ ਇਹ ਤਾਂ ਅੱਗੇ ਅੱਗੇ ਜਾਈ ਜਾਂਦਾ ਹੈ, ਪਰ ਆਹ ਪੁਆਇੰਟ ਹੈ ਜਿਹੜਾ ਇਹ ਉਸੇ ਜਗ੍ਹਾ 'ਤੇ ਰਹਿੰਦਾ ਹੈ। ਦੇਅਰਫੋਰ ਰੋਲਿੰਗ ਫ੍ਰਿਕਸ਼ਨ ਇਜ਼ ਆਫਨ ਕੁਆਇਟ ਸਮਾਲ ਕੰਪੇਅਰ ਟੂ ਦਾ ਸਲਾਈਡਿੰਗ ਫ੍ਰਿਕਸ਼ਨ। ਤਾਂ ਇਹ ਬਹੁਤ ਘੱਟ ਹੁੰਦੀ ਹੈ ਸਲਾਈਡਿੰਗ ਦੇ ਮੁਕਾਬਲੇ। ਇਸੇ ਕਰਕੇ ਜਿਹੜੇ ਹੈਵੀ ਲੋਡ ਨੇ, ਹੈਵੀ ਚੀਜ਼ਾਂ ਨੇ, ਉਹਨੂੰ ਆਪਾਂ ਵੀਲ ਦੇ ਉੱਪਰ ਰੱਖ ਕੇ ਜਾਂ ਕਾਰਟ ਦੇ ਉੱਪਰ ਰੱਖ ਕੇ, ਜਦੋਂ ਪਹੀਏ ਦੀ ਖੋਜ ਹੋਈ ਤਾਂ ਪਹੀਏ ਦੀ ਖੋਜ ਨੂੰ ਇਸੇ ਕਰਕੇ ਇੰਪੋਰਟੈਂਟ ਮੰਨਿਆ ਗਿਆ ਕਿ ਜਿਹੜੇ ਕੰਮ ਆਦਿ ਮਨੁੱਖ ਪਹਿਲਾਂ ਨਹੀਂ ਕਰ ਸਕਦਾ ਸੀ, ਵੱਡੀਆਂ ਵੱਡੀਆਂ ਇਮਾਰਤਾਂ ਨਹੀਂ ਬਣਾ ਸਕਦਾ ਸੀ। ਕਿਉਂ? ਕਿਉਂਕਿ ਉਹ ਇੱਕ ਜਗ੍ਹਾ ਤੋਂ ਭਾਰੀ ਸਮਾਨ ਦੂਜੀ ਜਗ੍ਹਾ 'ਤੇ ਨਹੀਂ ਲਿਜਾ ਸਕਦਾ ਸੀਗਾ। ਤਾਂ ਪਹੀਏ ਦੀ ਖੋਜ ਹੋਣ ਤੋਂ ਬਾਅਦ ਗੱਡਿਆਂ ਦੀ ਖੋਜ ਹੋਈ, ਠੀਕ ਹੈ, ਕਾਰਸ ਦੀ ਖੋਜ ਹੋਈ, ਤਾਂ ਉਹਦੇ ਨਾਲ ਉਹ ਸਮਾਨ ਲਿਜਾਣਾ ਸੌਖਾ ਹੋ ਗਿਆ। ਠੀਕ ਹੈ ਜੀ। ਤਾਂ ਉਮੀਦ ਹੈ ਤੁਹਾਨੂੰ ਇਹ ਰੋਲਿੰਗ ਫ੍ਰਿਕਸ਼ਨ ਦਾ ਜਿਹੜਾ ਕਾਜ਼ ਹੈ ਉਹ ਸਮਝ ਆ ਗਿਆ ਹੋਊਗਾ। ਅੱਗੇ ਸਟੈਟਿਕ ਫ੍ਰਿਕਸ਼ਨ ਇਜ਼ ਏ ਸੈਲਫ ਐਡਜਸਟਿੰਗ ਫੋਰਸ। ਇਹ ਤੁਹਾਨੂੰ ਮੈਂ ਪਹਿਲਾਂ ਹੀ ਸਮਝਾ ਚੁੱਕਿਆ ਕਿ ਸਟੈਟਿਕ ਫ੍ਰਿਕਸ਼ਨ ਇਹ ਆਪਣੇ ਆਪ ਨਹੀਂ ਮਤਲਬ ਹੁੰਦੀ, ਇਹਦੀ ਵੈਲਿਊ ਜਿਹੜੀ ਉਹ ਸਾਡੀ ਦੁਆਰਾ ਲਗਾਈ ਗਈ ਫ੍ਰਿਕਸ਼ਨ ਦੇ ਉੱਪਰ ਡਿਪੈਂਡ ਕਰਦੀ ਹੈ ਵੀ ਉਹ ਵੱਧ ਹੋਊ ਜਾਂ ਘੱਟ ਹੋਊ। ਫਿਰ ਸਾਡਾ ਅੱਜ ਦਾ ਜਿਹੜਾ ਲਾਸਟ ਟੌਪਿਕ ਹੈਗਾ ਉਹ ਹੈਗਾ ਲਾਜ਼ ਆਫ ਲਿਮਟਿੰਗ ਫ੍ਰਿਕਸ਼ਨ। ਵੈਰੀ ਇੰਪੋਰਟੈਂਟ ਟੌਪਿਕ ਹੈ ਲਾਜ਼ ਆਫ ਲਿਮਟਿੰਗ ਫ੍ਰਿਕਸ਼ਨ। 4 ਲਾਜ਼ ਨੇ ਸਾਡੇ ਕੋਲ। ਪਹਿਲਾ, ਮੈਗਨੀਟਿਊਡ ਆਫ ਦਾ ਫੋਰਸ ਆਫ ਲਿਮਟਿੰਗ ਫ੍ਰਿਕਸ਼ਨ ਬਿਟਵੀਨ ਐਨੀ two bodies in contact is directly proportional to the normal reaction। ਕਿ ਜਿਹੜੀ ਫੋਰਸ ਆਫ ਫ੍ਰਿਕਸ਼ਨ ਪੈਦਾ ਹੁੰਦੀ ਹੈ ਨਾ ਬੋਡੀਜ਼ ਦੇ ਵਿਚਾਲੇ, ਕੋਈ ਕਿਸੇ ਵੀ ਦੋ ਬੋਡੀਜ਼ ਦੇ ਵਿਚਾਲੇ, ਉਹ ਨੋਰਮਲ ਰਿਐਕਸ਼ਨ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ। ਲਿਮਟਿੰਗ ਫ੍ਰਿਕਸ਼ਨ ਦੀ ਜਿਹੜੀ ਵੈਲਿਊ ਹੈ ਇਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਨੋਰਮਲ ਰਿਐਕਸ਼ਨ। ਮਤਲਬ ਬੋਡੀ, ਜੇਕਰ ਇੱਕ ਬੋਡੀ ਚਾਹੇ ਜਿਹੜੇ ਮਰਜ਼ੀ ਸਰਫੇਸ 'ਤੇ ਪਈ ਹੈ, ਜੇਕਰ ਉਹਦਾ ਨੋਰਮਲ ਰਿਐਕਸ਼ਨ ਅਲੱਗ-ਅਲੱਗ ਸਰਫੇਸ ਦੇ ਉੱਪਰ ਇੱਕੋ ਜਿੰਨਾ ਹੈ ਤਾਂ ਪੈਦਾ ਹੋਣ ਵਾਲੀ ਲਿਮਟਿੰਗ ਫ੍ਰਿਕਸ਼ਨ ਦੀ ਵੈਲਿਊ ਵੀ ਸੇਮ ਰਹੂਗੀ, ਉਹ ਸਰਫੇਸ ਦੇ ਬਦਲਣ ਨਾਲ ਬਦਲੂਗੀ ਨਹੀਂ। ਠੀਕ ਹੈ। ਐਗਜ਼ਾਮਪਲ ਦੇ ਤੌਰ 'ਤੇ ਸਾਡੇ ਕੋਲ ਨਾਲ ਨਾਲ ਪ੍ਰੂਫ ਵੀ ਨੇ ਦਿੱਤੇ ਹੋਏ। ਠੀਕ ਹੈ। ਅਸੀਂ ਪ੍ਰੂਫ ਨਹੀਂ ਕਰਨੇ, ਅਸੀਂ ਯਾਦ ਸਿਰਫ ਰੱਖਣਾ ਹੈ ਲੌਜ਼ ਨੂੰ। ਪ੍ਰੂਫ ਕੀ ਨੇ ਉਹ ਵੀ ਨਾਲ ਨਾਲ ਆਪਾਂ ਸਮਝੀ ਜਾਂਦੇ ਹਾਂ। ਕਹਿੰਦਾ ਸਾਡੇ ਕੋਲੇ ਕੀ ਹੈ, ਮੰਨ ਲਓ ਇੱਕ ਬਲੌਕ ਹੈ, ਇੱਕ ਬਲੌਕ ਹੈ ਲੱਕੜ ਦਾ, ਉਹਨੂੰ ਆਪਾਂ ਖਿੱਚ ਕੇ ਦੇਖਦੇ ਹਾਂ ਵੀ ਕਿੰਨੀ ਫ੍ਰਿਕਸ਼ਨ ਲੱਗੀ। ਹੁਣ ਇੱਕ ਬਲੌਕ ਹੋਰ ਲੈ ਲਿਆ, ਉਸ ਨੂੰ ਅਸੀਂ ਬਲੌਕ A ਦੇ ਉੱਪਰ ਰੱਖਤਾ, ਤਾਂ ਵੇਟ ਕੀ ਹੋ ਜਾਊਗਾ? ਡਬਲ ਹੋ ਜਾਊਗਾ। ਤਾਂ ਨੋਰਮਲ ਰਿਐਕਸ਼ਨ ਵੀ ਕੀ ਹੋ ਗਈ? ਡਬਲ। ਦੇਖੋ ਇੱਥੇ ਇੱਕ ਡਾਇਗਰਾਮ ਦਿਖਾਈ ਹੋਈ ਹੈ, ਇਸ ਡਾਇਗਰਾਮ ਨੂੰ ਦੇਖੋ ਧਿਆਨ ਨਾਲ। ਇਹ 'ਚ ਕੀ ਹੈ? ਇੱਕ ਸਰਫੇਸ ਹੈ, ਇਹਦੇ ਉੱਪਰ ਇੱਕ ਬਲੌਕ ਪਿਆ, ਨੀਚੇ ਨੂੰ ਇਹਦਾ ਵੇਟ ਲੱਗ ਰਿਹਾ। ਆਹ ਕੀ ਹੈ? R ਨੋਰਮਲ ਰਿਐਕਸ਼ਨ ਹੈ। ਆਹ ਇੱਕ ਪੁਲੀ ਹੈ, ਇੱਕ ਹੁੱਕ ਲਗਾ ਕੇ ਧਾਗਾ ਬੰਨ੍ਹ ਕੇ ਪੁਲੀ ਦੇ ਉੱਪਰ ਦੀ ਆਪਾਂ ਨੇ ਇੱਕ ਪੈਨ ਲਮਕਾਤਾ। ਇਹ ਪੈਨ 'ਚ ਆਪਾਂ ਕੀ ਕਰਦੇ ਹਾਂ? ਵੇਟ ਰੱਖਦੇ ਹਾਂ, ਥੋੜ੍ਹਾ ਵੇਟ ਰੱਖਦੇ ਹਾਂ, ਪਹਿਲਾਂ ਦੇਖਦੇ ਹਾਂ ਵੀ ਕਿੰਨਾ ਵੇਟ ਰੱਖਿਆ ਤੇ ਚੱਲੀ ਨਹੀਂ, ਹੌਲੀ ਹੌਲੀ ਵੇਟ ਵਧਾਉਂਦੇ ਹਾਂ ਅਤੇ ਚੈੱਕ ਕਰਦੇ ਹਾਂ ਕਿੰਨੇ ਵੇਟ 'ਤੇ ਇਹ ਚੱਲਣਾ ਸ਼ੁਰੂ ਕਰ ਦਿੰਦਾ। ਜਦੋਂ ਸਾਨੂੰ ਇਹ ਪਤਾ ਲੱਗਦਾ ਕਿ ਫ੍ਰਿਕਸ਼ਨ ਕਿੰਨੀ ਹੈ, ਇਹ ਫ੍ਰਿਕਸ਼ਨ ਦੀ ਵੈਲਿਊ ਫਾਈਂਡ ਕਰਨ ਵਾਸਤੇ ਸਾਡੇ ਕੋਲ ਯੂਜ਼ ਹੁੰਦਾ। ਜਿੰਨੀ ਸਾਡੇ ਕੋਲ P ਲੱਗੂ, ਇਹ ਮੇਰਾ ਫੋਰਸ ਹੈ, ਅਪਲਾਈਡ ਫੋਰਸ ਦੱਸ ਰਿਹਾ ਮੈਨੂੰ ਇਹ, ਉਨੀ ਸਾਡੇ ਕੋਲ ਫ੍ਰਿਕਸ਼ਨ ਦੀ ਵੈਲਿਊ ਹੈ ਜਦ ਤੱਕ ਚੱਲਣਾ ਸ਼ੁਰੂ ਨਹੀਂ ਕਰਦਾ। ਲਿਮਟਿੰਗ ਦੀ ਗੱਲ ਕਰ ਰਹੇ ਆਪਾਂ, ਮੈਕਸਿਮਮ ਵੈਲਿਊ। ਉਸ ਸਮੇਂ ਲਿਮਟਿੰਗ 'ਤੇ ਕੀ ਹੁੰਦਾ? ਮੇਰੀ ਫੋਰਸ ਲੱਗ ਰਹੀ ਹੁੰਦੀ ਹੈ ਪਰ ਬੋਡੀ ਹਲੇ ਚੱਲੀ ਨਹੀਂ ਹੁੰਦੀ,
उस समय बराबर होंदे ने। जे थोड़ी जी भी वधूगी तो फ्रिक्शन की वैल्यू घट जू तो बॉडी चलना शुरू कर दो। हुण की कहंदा पता कर लिया, फिर की किया, एक ब्लॉक होर ले लिया बी, ए उपर चक के रखता। हुण वेट की हो गया, डबल हो गया, नॉर्मल रिएक्शन भी की होगी, डबल हो गई। तो जो मैंने पहला एक वेट जिन्ना वेट पाया सी वो तो डबल वेट पा के चलिया, ਇਹਦਾ मतलब जो नॉर्मल रिएक्शन डबल हो गया तो फ्रिक्शन भी डबल होगी। जे नॉर्मल रिएक्शन चेंज ना हुंदा तो फ्रिक्शन भी चेंज नहीं होनी सी। तो लिमिटिंग फ्रिक्शन की जिहड़ी वैल्यू है वो नॉर्मल ते डिपेंड करती है। जे नॉर्मल चेंज हो तो लिमिटिंग फ्रिक्शन की वैल्यू भी चेंज हो, जे नॉर्मल चेंज ना होवे बॉडी का तो लिमिटिंग फ्रिक्शन की वैल्यू भी चेंज नहीं होनी। सैकेंड साडे कोल जिहड़ा लॉ हैगा वो हैगा डायरेक्शन ऑफ द लिमिटिंग फ्रिक्शन इज ऑलवेज ऑपोजिट टू द डायरेक्शन इन विच द बॉडी इज एट वर्ज ऑफ मूविंग ओवर द अदर। कि फ्रिक्शन की जिहड़ी डायरेक्शन हुंदी है वो ओपोजिट हुंदी है जिस डायरेक्शन दे विच आपां फोर्स लगा रहे हैं उहदे उल्ट। मतलब मैं बार बार देखो जिन्नी बार भी तीर बनाया है, जे बॉडी इस तरफ जा रही है मैं फोर्स इधर नूं लगाई है तो फ्रिक्शन किधर नूं है, इस दे ओपोजिट है। ठीक है, तो वो वास्ते कोई खास आपको पता ही है कि मैं देखो इस डायग्राम में देख लो, जेकर मैं इस बॉडी में इधर चला रहा तो मैं वेट इस पासे पाना पै रहा तो फ्रिक्शन किधर लग रही है, ये ओपोजिट। ठीक है, तो जे मैं इस पुली में इधरले पासे ले आऊँगा, इधरले पासे वेट पाऊँगा तो फ्रिक्शन की ओपोजिट की डायरेक्शन किधर हो जाएगी, इस दे ओपोजिट। थर्ड जिहड़ा हैगा फोर्स ऑफ फ्रिक्शन इज इंडिपेंडेंट द एपरेंट एरिया ऑफ कंटैक्ट so long as a normal reaction between the two bodies in contact remain same। ये बड़ा इंपॉर्टेंट पॉइंट है, इनू ध्यान नाल समझियो। कहता फ्रिक्शन जिहड़ी हैगी आ वो जे आपां अज गल कीती सी ऑल रिव्यू च भी जे एरिया वधूगा तो फ्रिक्शन वधनी चाहिए है। तो इत्थे कहता है कि लिमिटिंग फ्रिक्शन की वैल्यू एरिया ऑफ कंटैक्ट पर डिपेंड। एपरेंट मतलब जो देखने में लगता है, एक्चुअल तुहानूं दस दिता भी एक्चुअल कंटैक्ट तो बहुत घट होंदा है क्योंकि जिहड़े देखने में उपर सरफेस साफ लगते हैं, समूथ लगते हैं, वो सरफेस समूथ नहीं होंगे। एक्चुअल एरिया ऑफ कंटैक्ट बहुत घट होंदा है एज कंपेयर टू एपरेंट जो देखने में लग रहा होंदा है। तो कहता है एरिया पर डिपेंड नहीं करती जब तक कहता नॉर्मल रिएक्शन सेम है, एरिया चाहे बढ़ जाए चाहे घट जाए कोई फर्क नहीं पैंदा। मतलब लिमिटिंग फ्रिक्शन की वैल्यू एरिए तो इंडिपेंडेंट है, एरिया पर डिपेंड नहीं करती। इनू समझने वास्ते आ एक्सपेरीमेंट में दोबारा देखो। ठीक है, इस केस च आपां ने देख लिया किन्ना फोर्स लग किन्ने वेट दे नाल जिहड़ा हैगा साडे कोल आ डायग्राम, दोनों डायग्राम ध्यान नाल देखो। इस केस च भी दो ब्लॉक ने, इस केस च भी दो ब्लॉक ने। मान लो ये 200 ग्राम नाल ये चलना शुरू कर दिया, 200 ग्राम लिमिटिंग फ्रिक्शन की वैल्यू है। हुण इस केस च एरिया एन है जिहड़ा कंटैक्ट कर रहा है। दूजे केस च अपने ब्लॉक उपर रखण की थां ते इस तरह जोड़ता, एरिया डबल हो गया पर क्योंकि नॉर्मल रिएक्शन की वैल्यू दोनों केसां च सेम रहिंदी है, ਇਹਦਾ नॉर्मल रिएक्शन अलग होगा, ਇਹਦਾ नॉर्मल रिएक्शन अलग होगा क्योंकि दोनों की डायरेक्शन सेम है तो दोनों आपस में जुड़ जाएंगे। इत्थे दोनों एक दूजे उपर पे ने तो नॉर्मल रिएक्शन पहले ही R प्लस R हैगा ही हैगा। तो नॉर्मल रिएक्शन की वैल्यू सेम रहिंदी है तो इत्थे देखो उन्ना ही वेट है पाया दिखाया हुआ एक्सपैरीमेंटली। तो जे नॉर्मल रिएक्शन की वैल्यू चेंज नहीं हुई एरिए के चेंज होने नाल तो फ्रिक्शन भी चेंज नहीं होंदी। हाँ जे एरिया चेंज करने नाल नॉर्मल रिएक्शन की वैल्यू भी चेंज हो जाती दैन फ्रिक्शन की वैल्यू चेंज होंदी। सिर्फ कला एरिया चेंज होया पर नॉर्मल रिएक्शन चेंज नहीं होया तो फ्रिक्शन ते कोई असर नहीं पैना हैगा। समझ लगी गल। फिर लास्ट फोर्स ऑफ फ्रिक्शन बिटवीन एनी टू बॉडीज इन कंटैक्ट डिपेंड अपॉन द नेचर ऑफ द मटीरियल ऑफ द सरफेस इन कंटैक्ट। हुण फ्रिक्शन जिहड़ी हैगी है वो नेचर ऑफ द सरफेस पर डिपेंड करती है, क्या किहदे उपर दोनों जिहड़ी बॉडी ने आपस में उन्होंने सरफेस का नेचर की है ये तो पता ही है। जे आपां नूं इसनूं एक बिल कच दे उपर रखूँगा मैं, ये प्लास्टिक का बॉक्स होवे, कच बहुत समूथ बनया होया कच का होवे तो फ्रिक्शन की वैल्यू कुछ होर होगी। जेकर एक खुरदरा रख दूंगा मैं सरफेस जिहदे उपर इहने चलना है, ठीक है, तो नेचर वो बदल दूंगा मैं तो वो फ्रिक्शन की वैल्यू कुछ होर होगी। इनू समझना बड़ा सौखा है। अपने टायर रबड़ के ने गड्डियां दे, ठीक है, क्यों वो स्टील के नहीं बना लेंदे जबकि टायर रबड़ के ने तो वो कई लिमिटेशन ने। फस्ट लिमिटेशन वो पैंचर हो जाता है,
पंक्चर हो जाता टायर, सानू समस्या आ जाती है। सैकेंड लिमिटेशन, रबड़ के टायर की वीयरिंग एंड टीयरिंग होंदी है, फटते हैं, घसते हैं, टुटते हैं, ठीक है, तो सानू टायर बदलना पैंदा है, समय समय ते उहदे विच हवा भराउणी पैंदी है। जे टायर लोहे का होवे, स्टील का होवे, तो आपां नूं कुछ भी ना करना पवे, ना वो टुटे, ना भज्जे, ना उह 'च हवा भरानी पवे। पर फ्रिक्शन की वैल्यू स्टील ते कंक्रीट जिहदे उपर साडा टायर चलदा है उहदे विचाले बहुत ज़्यादा है। तो जेकर असीं टायर स्टील दे बना लांगे तो तेल की खपत है जिहड़ी वो बहुत ज़्यादा वध जूगी एज कंपेयर जिहड़ी अपने बचत कीती है टायर ना बदलण दी। टायर बदल के भी सानू रबड़ के टायर पाउणे बहुत ज़्यादा सस्ते पैंदे ने, क्योंकि उहदे नाल तेल जिहड़ी खपत हुंदी है इंजन दे विच वो बहुत घट जाती है एज कंपेयर टू जे आपां लोहे के टायर जां स्टील के टायर बना लांगे। तो इत्थे तक साडा जिहड़ा हैगा ये अज दा लैक्चर पूरा हुंदा है। उम्मीद करदा तुहानूं समझ आ गया होगा। जे समझ नहीं आया तो वीडियो नूं बार बार चला के देखो, फिर भी नहीं पता लगता तो मैनूं पुछ लो। थैंक यू।